ਧੰਨ ਵਾਹਿਗੁਰੂ ਸਾਹਿਬ ਜੀ। ਪੌੜੀ ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ। ਓਨੀ ਮੰਦੈ ਪੈਰ ਨ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵਹਿ ਚੜ੍ਹੈ ਸਵਾਇਆ। ਵਡਿਆਈ ਵੱਡਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਦੀਵਾਰ ਵਿਚਾਰ ਜਿਹੜੀ ਹੈ, ਉਸ ਦੇ ਤਹਿਤ ਆਪ ਜੀ ਨੇ 7ਵੀਂ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਨਾਲ 2 ਸ਼ਲੋਕ ਜਿਹੜੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਜ ਕੀਤੇ ਹੋਏ ਨੇ। ਦੋਨੇ ਸ਼ਲੋਕ ਹੀ ਮਨੁੱਖ ਦੀ ਹਉਮੈ ਦੇ ਪਰਥਾਏ ਨੇ। ਇਹਨਾਂ ਦੋਨਾਂ ਸ਼ਲੋਕਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਸਤਿਗੁਰਾਂ ਨੇ ਕੱਲ੍ਹ ਬਖਸ਼ਿਸ਼ ਕੀਤੀ ਸੀ ਕਿ ਭਲਿਆ ਹਉਮੈ ਜਿਹੜੀ ਹੈ ਤੇਰੇ ਜਨਮ ਤੋਂ ਹੀ ਪਰਮਾਤਮਾ ਦੇ ਹੁਕਮ ਦੇ ਨਾਲ ਪੈਦਾ ਹੋਈ ਹੈ। ਜਿਹੜੀ ਚੀਜ਼ ਅਸਥੂਲ ਚੀਜ਼ ਨਾਲ ਪੈਦਾ ਹੋਈ ਹੋਵੇ, ਉਹਨੂੰ ਅਸਥੂਲ ਚੀਜ਼ ਦੇ ਨਾਲ ਖਤਮ ਕੀਤਾ ਜਾ ਸਕਦਾ ਹੈ। ਜਿਹੜੀ ਚੀਜ਼ ਸੂਖਸ਼ਮ ਚੀਜ਼ ਦੇ ਨਾਲ ਪੈਦਾ ਹੋਈ ਹੋਵੇ, ਉਹਨੂੰ ਸੂਖਸ਼ਮ ਦੇ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਸਰੀਰ ਅਸਥੂਲ ਹੈ, ਸਰੀਰ ਦਾ ਨਾਸ਼ਵੰਤ ਵੀ ਅਸਥੂਲ ਹੋਵੇਗਾ। ਹਉਮੈ ਜਿਹੜੀ ਉਹ ਸੂਖਸ਼ਮ ਹੈ, ਪੈਦਾ ਪਰਮਾਤਮਾ ਦੇ ਹੁਕਮ ਦੇ ਉੱਤੋਂ ਹੋਈ ਹੈ। ਸਤਿਗੁਰਾਂ ਨੇ ਕਿਹਾ ਸੀ ਹਉਮੈ ਇਹੋ ਹੁਕਮ ਹੈ। ਹੁਣ ਜਿਹੜੀ ਅਸਥੂਲ ਚੀਜ਼ ਹੈ ਉਹਨੂੰ ਅਸਥੂਲ ਦੇ ਨਾਲ ਖਤਮ ਕਰਤਾ। ਜਿਹੜੀ ਹੈ ਹੀ ਸੂਖਸ਼ਮ, ਉਹਨੂੰ ਅਸਥੂਲ ਦੇ ਨਾਲ ਤੁਸੀਂ ਕਿੱਥੋਂ ਖਤਮ ਕਰ ਲਓਗੇ? ਉਹ ਪੈਦਾ ਵੀ ਸੂਖਸ਼ਮ ਤੋਂ ਹੋਈ ਹੈ। ਯਾਦ ਰੱਖਿਓ, ਉਹਨੇ ਖਤਮ ਵੀ ਸੂਖਸ਼ਮ ਦੇ ਨਾਲ ਹੀ ਹੋਣਾ ਹੈ। ਜੇ ਹਉਮੈ ਸੂਖਸ਼ਮ ਹੈ, ਪਰਮਾਤਮਾ ਦਾ ਹੁਕਮ ਵੀ ਸੂਖਸ਼ਮ ਹੈ, ਅਤੇ ਯਾਦ ਰੱਖਿਓ ਗੁਰੂ ਦਾ ਸ਼ਬਦ ਵੀ ਸੂਖਸ਼ਮ ਹੈ। ਗੁਰੂ ਦੇ ਸ਼ਬਦ ਦੇ ਵਿੱਚ ਇੰਨੀ ਕੁ ਤਾਕਤ ਹੈ ਕਿ ਉਹ ਮਨੁੱਖ ਦੇ ਅੰਦਰ ਦੀ ਹਉਮੈ ਨੂੰ ਬਾਹਰ ਕੱਢ ਦਿੰਦਾ। ਇਹ ਆਪਾਂ ਕੱਲ੍ਹ ਵਾਚਿਆ ਸੀ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ। ਆਹ ਤਰੀਕਾ ਹੈ, ਗੁਰੂ ਦੇ ਸ਼ਬਦ ਦੇ ਨਾਲ ਤੂੰ ਆਪਣੇ ਅੰਦਰ ਦੀ ਹਉਮੈ ਨੂੰ ਖਤਮ ਕਰ ਲਾ। ਅਤੇ ਜਦੋਂ ਮਨੁੱਖ ਹਉਮੈ ਖਤਮ ਕਰਦਾ ਹੈ, ਅੱਗੇ ਪੌੜੀ ਸੇਵਾ ਦੀ ਹੈ। ਅਤੇ ਜਿਸ ਦਿਨ ਇਹਦੀ ਵਿਚਾਰ ਸ਼ਲੋਕ ਦੀ ਆਰੰਭ ਹੋਈ ਸੀ, ਹਉ ਵਿੱਚ ਆਇਆ ਦਿਵਾਲੇ ਦੀ, ਮੈਂ ਉਸ ਦਿਨ ਬੇਨਤੀ ਕੀਤੀ ਸੀ ਪੌੜੀ ਸੇਵਾ ਦੀ ਹੈ, ਸ਼ਲੋਕ ਹਉਮੈ ਦੇ ਨੇ। ਕਈ ਵਾਰੀ ਬਹੁਤਕ ਤਲ 'ਤੇ ਮਨੁੱਖ ਸੋਚਦਾ ਇਹਨਾਂ ਦਾ ਪ੍ਰਕਰਨ ਨਹੀਂ ਰਲਦਾ। ਸੇਵਾ ਦੀ ਗੱਲ ਸੇਵਾ ਦੇ ਨਾਲ ਤਾਂ ਖੋਲ੍ਹੀ ਜਾ ਸਕਦੀ ਹੈ, ਪਰ ਸਤਿਗੁਰਾਂ ਨੇ ਸ਼ਲੋਕ ਹਉਮੈ ਦੇ ਦਿੱਤੇ ਨੇ। ਇਹਦਾ ਭਾਵ ਇਹ ਸੀ ਭਲਿਆ ਮੈਂ ਤੈਨੂੰ ਸੇਵ ਤੋਂ ਲੈ ਕੇ ਵਡਿਆਈ ਵੱਡਾ ਪਾਉਣ ਤੱਕ ਪਹੁੰਚਾਉਣਾ ਹੈ, ਪਰ ਸੇਵਾ ਕਰਕੇ ਸਿਮਰਨ ਕਰਕੇ ਉਹ ਪਰਮਾਤਮਾ 'ਚ ਅਭੇਦ ਹੋ ਸਕਦਾ ਜਿਹਨੇ ਆਪਣੇ ਅੰਦਰ ਦੀ ਹਉਮੈ ਨੂੰ ਖਤਮ ਕਰ ਲਿਆ। ਕਿਉਂਕਿ ਹਉਮੈ ਬੜਾ ਤਗੜਾ ਰੋਗ ਹੈ। ਹਉਮੈ ਦੀਵਾਰ ਹੈ ਮਨੁੱਖ ਦੇ ਵਿੱਚ ਅਤੇ ਪਰਮਾਤਮਾ ਦੇ ਵਿੱਚ। ਜਿੰਨਾ ਚਿਰ ਅੰਦਰ ਦੀ ਹਉਮੈ ਖਤਮ ਨਹੀਂ ਹੋਵੇਗੀ, ਯਾਦ ਰੱਖਿਓ ਉਨਾ ਚਿਰ ਫਿਰ ਮਨੁੱਖ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਹਉਮੈ ਖਤਮ ਕਿਵੇਂ ਹੋਣੀ ਹੈ, ਕਿਵੇਂ ਸਾਡੇ ਨਾਲ ਹਰੇਕ ਕਰਮ 'ਚ ਆਉਂਦੀ, ਇਹ ਆਪਾਂ ਡਿਟੇਲ ਦੇ ਨਾਲ ਵਾਚ ਚੁੱਕੇ ਹਾਂ। ਅੱਜ ਪੌੜੀ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਪੌੜੀ ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ। ਸਤਿਗੁਰੂ ਕਹਿਣ ਲੱਗੇ ਭਲਿਆ
ਜਿਨ੍ਹਾਂ ਗੁਰਮੁਖਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਉਹਨੂੰ ਧਿਆਉਣਾ ਕੀਤਾ, ਉਹਨੂੰ ਸਿਮਰਨਾ ਕੀਤਾ, ਕਹਿ ਲਗੇ ਪ੍ਰਮਾਤਮਾ ਦੀ ਬੰਦਗੀ ਵਾਲਾ ਮਨੁੱਖ ਹੀ ਫਿਰ ਸੇਵਾ ਕਰਦਾ ਹੈ। ਤੇ ਸੇਵਾ ਕਿਹਦੀ ਸਫਲ ਹੁੰਦੀ ਹੈ, ਸੇਵਾ ਕਿਹੜੀ ਪਾਸੇ ਲੱਗਦੀ ਹੈ? ਜਿਹੜੀ ਸੰਤੋਖ ਦੇ ਨਾਲ ਕੀਤੀ ਜਾਂਦੀ ਹੈ। ਸੇਵ ਕੀਤੀ ਸੰਤੋਖ ਹੀ, ਜਿਹਨੇ ਸੱਚੋ ਸੱਚ ਧਿਆਇਆ ਉਹਨੀ ਪਾਠ ਨਹੀਂ ਕਰਨਾ, ਕਿਉਂਕਿ ਊੜੇ ਨੂੰ ਹੋੜਾ ਲੱਗਾ ਹੈ ਮੂੰਹ ਖੁੱਲ੍ਹਾ, ਉਹਨੀ ਮੰਦਾ ਪੈਰ ਨਾ ਰੱਖਿਓ। ਜਿਹੜਾ ਸੇਵਾ ਕਰਦਾ ਹੈ, ਸਿਮਰਨ ਕਰਦਾ, ਸੰਤੋਖ 'ਚ ਜੀਂਦਾ ਹੈ, ਸਤਿਗੁਰੂ ਕਹਿੰਦੇ ਉਹ ਫਿਰ ਮੰਦੇ ਥਾਵਾਂ ਦੇ ਉੱਤੇ ਆਪਣਾ ਪੈਰ ਨਹੀਂ ਰੱਖਦਾ। ਕਰ ਸੁਕ੍ਰਿਤ, ਸੁਕ੍ਰਿਤ ਦਾ ਅਰਥ ਕਰਾਂਗੇ ਚੰਗਾ ਕਰਮ, ਭਲੀ ਕਰਨੀ। ਧਰਮ ਕਮਾਇਆ, ਉਹ ਮਨੁੱਖ ਦੁਨੀਆ ਦੇ ਵਿੱਚ ਭਲੇ ਕਰਮ ਕਰਦਾ, ਚੰਗੀ ਕਿਰਤ ਕਰਦਾ ਹੋਇਆ ਧਰਮ ਨੂੰ ਕਮਾ ਕੇ ਪ੍ਰਮਾਤਮਾ ਤੱਕ ਪਹੁੰਚ ਜਾਂਦਾ। ਪਰ ਮੈਂ ਗੁਰਮੁਖੋ ਬੇਨਤੀ ਕਰਾਂ, ਸਿਮਰਨ ਅਤੇ ਸੇਵਾ, ਜਿਵੇਂ ਮੈਂ ਕੱਲ੍ਹ ਕਿਹਾ ਸੀ ਨਾਮ ਅਤੇ ਬਾਣੀ, ਇੱਦਾਂ ਹੀ ਜਿਹੜਾ ਇਹ ਸਿਮਰਨ ਹੈ ਉਹ ਸੇਵਾ ਦਾ ਕਨਸੈਪਟ ਇਹ ਰਲਦੇ ਨੇ। ਜਿਹੜਾ ਮਨੁੱਖ ਇਕੱਲਾ ਸਿਮਰਨ ਕਰੇਗਾ, ਹੰਕਾਰ ਦਾ ਬੀਜ ਉਤਪੰਨ ਹੋਵੇਗਾ। ਜਦੋਂ ਤੁਸੀਂ ਸੇਵਾ ਨੂੰ ਨਾਲ ਲੈ ਕੇ ਚੱਲੋਗੇ ਨਾ, ਸੇਵਾ ਹਉਮੈ ਦੇ ਬੀਜ ਨੂੰ ਖਤਮ ਕਰਦੀ ਹੈ। ਪਰ ਸੇਵਾ ਕਰਨ ਦਾ ਤਰੀਕਾ ਸਤਿਗੁਰੂ ਕਹਿਣ ਲੱਗੇ, ਸੇਵਾ ਕਰਤ ਹੋਏ ਨਿਹਕਾਮੀ। ਤੂੰ ਸੇਵਾ ਕਰਨੀ ਹੈ ਬਿਨਾਂ ਕਾਮਨਾ ਤੋਂ ਕਰ। ਜਿਹੜੀ ਸੇਵਾ ਕਰਕੇ ਤੂੰ ਉਹਦੀ ਫਲ ਦੀ ਇੱਛਾ ਰੱਖਦਾ ਹੈ, ਉਹ ਵਪਾਰ ਤੇ ਹੋ ਸਕਦਾ ਹੈ, ਉਹ ਸੇਵਾ ਨਹੀਂ ਹੋ ਸਕਦੀ। ਜਿਹੜੀ ਸੇਵਾ ਕਰਦਿਆਂ ਤੇਰੇ ਮਨ ਦੇ ਵਿੱਚ ਪਦਾਰਥ ਚੇਤੇ ਆਉਂਦਾ ਹੈ, ਪਰਮਾਰਥ ਭੁੱਲ ਜਾਂਦਾ ਹੈ, ਯਾਦ ਰੱਖੀ ਉਹ ਧੰਦਾ ਤੇ ਹੋ ਸਕਦਾ ਹੈ, ਉਹ ਧਰਮ ਨਹੀਂ ਹੋ ਸਕਦਾ। ਸੇਵਾ ਤੇ ਥਾਂ ਥਾਂ ਦੇ ਉੱਤੇ ਪਈ ਹੈ, ਪਰ ਸੇਵਾ ਦੇ ਵਿੱਚ ਨਿਸਵਾਰਥ ਹੋਣਾ ਚਾਹੀਦਾ, ਸਵਾਰਥ ਕੋਈ ਨਾ ਹੋਵੇ। ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਸੇਵਾ ਕਰਤ ਹੋਏ ਨਿਹਕਾਮੇ। ਕੀ ਮਿਲਦਾ ਜੀ ਉਹਨੂੰ? ਤਿਸ ਕੋ ਹੋਤ ਪ੍ਰਾਪਤ ਸੁਆਮੀ। ਮਨੁੱਖ ਸੇਵਾ ਕਰਦਾ ਕਰਦਾ ਇੱਕ ਦਿਨ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ। ਪਰ ਅਭੇਦ ਕੌਣ ਹੁੰਦਾ? ਸਤਿਗੁਰੂ ਕਹਿਣ ਲੱਗੇ ਸੰਤੋਖੀ ਮਨੁੱਖ, ਜਿਹਨੇ ਆਪਣੇ ਆਪ ਨੂੰ ਸੰਤੋਖ ਦੇ ਵਿੱਚ ਰੱਖਿਆ ਹੋਇਆ। ਹੁਣ ਕਈ ਵਾਰੀ ਅਸੀਂ ਜਿਹੜੇ ਸੰਤੋਖ ਦੇ ਅਰਥ ਬੇਵੱਸੀ ਕਰ ਜਾਂਦੇ ਹਾਂ। ਯਾਦ ਰੱਖਿਓ, ਇੱਕ ਸੰਤੋਖ ਬੇਵੱਸੀ 'ਚੋਂ ਪੈਦਾ ਹੁੰਦਾ ਹੈ, ਇੱਕ ਸੰਤੋਖ ਨਾਮ ਰੱਸੀ 'ਚੋਂ ਪੈਦਾ ਹੁੰਦਾ ਹੈ। ਇਹ ਮੈਂ ਦੋ ਆਪਣੇ ਕੋਲੋਂ ਸ਼ਬਦ ਲਏ ਨੇ, ਬੇਰੱਸੀ ਤੇ ਇੱਕ ਨਾਮ ਰੱਸੀ। ਦੁਨਿਆਵੀ ਤੌਰ 'ਤੇ ਦੋ ਭਰਾ ਇਕੱਠੇ ਨੇ, ਦੋਵਾਂ ਦਾ ਬਿਜ਼ਨਸ ਬੜਾ ਵਧੀਆ ਹੈ। ਇੱਕ ਭਰਾ ਨੂੰ ਕੁਦਰਤੀ ਤੌਰ 'ਤੇ ਕੋਈ ਘਾਟਾ ਪੈ ਗਿਆ, ਉਹਦਾ ਬਿਜ਼ਨਸ ਹੌਲੀ ਹੌਲੀ ਲੋਅ ਹੁੰਦਾ ਹੁੰਦਾ ਠੱਪ ਹੋ ਗਿਆ। ਇੱਕ ਭਰਾ ਦਾ ਬਿਜ਼ਨਸ ਤਰੱਕੀ ਕਰਦਾ ਕਰਦਾ ਬੜੇ ਸ਼ਿਖਰ 'ਤੇ ਪਹੁੰਚ ਗਿਆ। ਹੁਣ ਜਿਹੜਾ ਸ਼ਿਖਰ 'ਤੇ ਪਹੁੰਚ ਗਿਆ, ਉਹ ਮਿਹਨਤ ਕਰਕੇ ਕਰਕੇ ਟਿਕਾਣੇ 'ਤੇ ਲੱਗ ਗਿਆ। ਜਿਹੜਾ ਨਹੀਂ ਸ਼ਿਖਰ 'ਤੇ ਪਹੁੰਚਿਆ, ਉਹਨੇ ਵਾਹ ਤੇ ਬੜੀ ਲਾਈ, ਪਰ ਗੱਲ ਨਹੀਂ ਬਣੀ। ਹੁਣ ਉਹ ਜਿਹੜੀ ਬੇਰੱਸੀ ਉਹ 'ਚੋਂ ਪੈਦਾ ਹੋਈ ਹੈ, ਰਸ ਨਹੀਂ ਨਾ, ਬੇਵੱਸ ਹੋ ਗਿਆ ਵਿਚਾਰਾ। ਵਾਹ ਬੜੀ ਲਾ ਰਿਹਾ ਕਿ ਮੈਂ ਆਪਣੇ ਭਰਾ ਜਿੰਨਾ ਬਿਜ਼ਨਸ ਕਰ ਲਵਾਂ, ਪਰ ਬੇਵੱਸ ਹੋ ਗਿਆ, ਨਹੀਂ ਗੱਲ ਬਣੀ। ਹੁਣ ਉਹਨੂੰ ਆਖੀਏ ਭਾਈ ਤੇਰਾ ਕੰਮ ਕਿਉਂ ਨਹੀਂ ਚੱਲਿਆ? ਕਹਿੰਦਾ ਜੀ ਨਹੀਂ, ਅਸੀਂ ਸੰਤੋਖ ਕਰਕੇ ਬੈਠੇ ਹਾਂ, ਦੋ ਫੁਲਕੇ ਛਕਣੇ ਹੁੰਦੇ ਨੇ। ਉਹਨੂੰ ਅਸੀਂ ਧਰਮ ਦਾ ਕੱਪੜਾ ਸੰਤੋਖ ਦਾ ਪਾ ਦਿੰਦੇ ਹਾਂ। ਬੇਵੱਸੀ ਦੇ ਵਿੱਚੋਂ ਮਜਬੂਰੀ ਪੈਦਾ ਹੋ ਸਕਦੀ ਹੈ। ਯਾਦ ਰੱਖਿਓ, ਇਹ 'ਚ ਸੰਤੋਖ ਪੈਦਾ ਨਹੀਂ ਹੁੰਦਾ। ਜਿੱਥੇ ਸੰਤੋਖ ਆ ਗਿਆ ਉੱਥੇ ਬੇਵੱਸ ਨਹੀਂ। ਸੰਤੋਖ ਇਕੱਲਾ ਦੋ ਪ੍ਰਸ਼ਾਦਿਆਂ ਦਾ ਨਹੀਂ ਹੈ। ਸਾਡੀਆਂ ਅੱਖਾਂ ਦਾ ਵੀ ਸੰਤੋਖ ਹੈ, ਜ਼ੁਬਾਨ ਦਾ ਵੀ ਸੰਤੋਖ ਹੈ, ਕੰਨਾਂ ਦਾ ਵੀ ਸੰਤੋਖ ਹੈ, ਹੱਥਾਂ ਦਾ ਵੀ ਸੰਤੋਖ ਹੈ, ਪੈਰਾਂ ਦਾ ਵੀ ਸੰਤੋਖ ਹੈ। ਜਿਹੜਾ ਮਨੁੱਖ ਹਰ ਪਾਸਿਓਂ ਤ੍ਰਿਪਤ ਹੋ ਜਾਂਦਾ, ਉਹ ਤ੍ਰਿਪਤ ਪਰਮਾਤਮਾ ਦੇ ਨਾਮ ਦੇ ਨਾਲ, ਗੁਰੂ ਦੀ ਸੇਵਾ ਦੇ ਨਾਲ ਹੋਇਆ ਜਾਂਦਾ ਹੈ। ਕਦੀ ਵੀ ਧਰਮ ਦੇ ਵਿੱਚ ਪੈਸੇ ਦਾ ਕਨਸੈਪਟ ਨਹੀਂ ਲੈ ਕੇ ਆਉਣਾ। ਅਸੀਂ ਤਕਰੀਬਨ ਸਮਝ ਜਾਂਦੇ ਹਾਂ ਕਿ ਅਮੀਰ ਲੋਕ ਜਿਹੜੇ ਨੇ ਉਹ ਧਰਮ ਨਹੀਂ ਕਮਾ ਸਕਦੇ, ਤੇ ਗਰੀਬ ਲੋਕ ਜਿਹੜੇ ਉਹ ਧਰਮ ਕਮਾਉਂਦੇ ਨੇ, ਗਰੀਬ ਮਜ਼ਦੂਰੀ ਕਰਦੇ ਨੇ। ਪਰ ਮੈਂ ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ ਦੱਸਦਾ। ਇੱਕ ਬੇਈਮਾਨ ਕੁਰਸੀ 'ਤੇ ਬੈਠਾ ਹੋਇਆ ਚੰਗਾ ਅਹੁਦੇਦਾਰ ਵੀ ਹੋ ਸਕਦਾ, ਤੇ ਇੱਕ ਰਕਸ਼ਾ ਚਲਾਉਣ ਵਾਲਾ ਵੀ ਬੇਈਮਾਨ ਹੋ ਸਕਦਾ ਹੈ। ਇਹ ਕੋਈ ਪੈਮਾਨਾ ਨਹੀਂ ਹੈ। ਪੈਮਾਨਾ ਕੀ ਹੈ? ਜਿਹਦਾ ਅੰਦਰ ਤ੍ਰਿਪਤ ਹੋ ਚੁੱਕਾ ਹੈ, ਜਿਹੜਾ ਸੰਤੋਖ ਦੇ ਨਾਲ, ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਸੰਤੋਖ ਜਿਹਦੇ ਅੰਦਰ ਆ ਚੁੱਕਾ ਹੈ। ਜਿਹੜੀ ਮੈਂ ਬੇਨਤੀ ਕਰ ਰਿਹਾ ਸਰ, ਜਦੋਂ ਅਸੀਂ ਨਾਮ ਜਪਦੇ ਹਾਂ, ਨਾਮ ਜਪੋਗੇ ਨਾ, ਹਉਮੈ ਦਾ ਬੀਜ ਉਤਪੰਨ ਹੋਏਗਾ। ਹੁਣ ਸੇਵਾ ਜਿਹੜਾ ਸਿੱਖ ਹੈ ਗੁਰੂ ਘਰ ਦੇ ਵਿੱਚ ਜਾ ਕੇ ਕਰਦਾ, ਕਿਉਂਕਿ ਇਹ ਇੰਤਜ਼ਾਮ ਕੀਤਾ ਹੁੰਦਾ ਹੈ ਸੇਵਾ ਦਾ। ਰਹਿਤ ਮਰਿਆਦਾ ਵੀ ਕਹਿੰਦੀ ਹੈ
ਇੱਥੇ ਝਾੜੂ ਦੀ ਸੇਵਾ ਹੈ, ਪੋਚੇ ਦੀ ਸੇਵਾ ਹੈ, ਜਲ ਦੀ ਸੇਵਾ, ਕਈ ਪ੍ਰਕਾਰ ਦੀ ਸੇਵਾ ਹੈ। ਸਿੱਖ ਆਣ ਕੇ ਇੱਥੇ ਸੇਵਾ ਕਰਦਾ ਹੈ। ਜਦੋਂ ਤੁਸੀਂ ਸੇਵਾ ਕਰੋਗੇ ਨਾ, ਸੇਵਾ ਕਰਨ ਵਾਲੇ ਜਿਹੜੇ ਨੇ ਉਹ ਤਕਰੀਬਨ ਅਭਿਆਸੀ ਮਿਲਣਗੇ ਤੁਹਾਨੂੰ। ਇਹੋ ਜਿਹੀ ਤਾਂ ਗੱਲ ਨਹੀਂ ਕਿ ਜਿਹੜਾ ਮਨੁੱਖ ਸੇਵਾ ਕਰਦਾ ਉਹਨੇ ਨਾਮ ਨਾ ਜਪਿਆ ਹੋਊਗਾ। ਕਦੀ ਜਪਿਆ ਹੈ, ਕੋਈ ਥੋੜ੍ਹਾ ਜਪਦਾ, ਕੋਈ ਬਹੁਤਾ ਜਪਦਾ। ਜਿਹਨੂੰ ਮਾਣ ਸੀ ਮੈਂ 4 ਵਜੇ ਉੱਠਦਾ ਸਿਮਰਨ ਕਰਦਾ ਸੀ ਆਪਣੇ ਘਰ 'ਚ ਬੈਠ ਕੇ, ਬੜਾ ਮਾਣ ਸੀ, ਹੰਕਾਰ ਪੈਦਾ ਹੋ ਗਿਆ। ਸੇਵਾ ਕਰਦੇ ਇਹੋ ਜਿਹੇ ਗੁਰਮੁਖਾਂ ਦੇ ਨਾਲ ਮੇਲ ਹੋ ਗਿਆ ਜਿਹੜਾ 2 ਵਜੇ ਉੱਠ ਕੇ ਬੰਦਗੀ 'ਤੇ ਬੈਠ ਜਾਂਦਾ, ਹੰਕਾਰ ਟੁੱਟ ਗਿਆ। 2 ਵਜੇ ਵਾਲੇ ਨੂੰ ਇਹੋ ਜਿਹਾ ਬੰਦਾ ਮਿਲ ਗਿਆ ਜਿਹੜਾ 12 ਵਜੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ। ਇਹ ਸਾਨੂੰ ਸੇਵਾ ਦੇ ਵਿੱਚੋਂ ਨਿਕਲਦਾ ਲੱਭਦਾ ਜਾਣਾ ਹੈ। ਦੂਸਰਾ, ਸੇਵਾ 'ਚੋਂ ਸੰਤੋਖ ਕਿਵੇਂ ਆਉਂਦਾ ਹੈ? ਮਨੁੱਖ ਕਈ ਵਾਰੀ ਨਾਮ ਜਪਦਾ ਇਹ ਆਪਣੇ ਅੰਦਰ ਜਿਹੜੀ ਹੈ ਅਸੰਤੁਸ਼ਟੀ ਪੈਦਾ ਕਰ ਜਾਂਦਾ। ਉਹ ਸੰਤੁਸ਼ਟ ਨਹੀਂ ਹੁੰਦਾ, ਹਰ ਥਾਂ 'ਤੇ ਕਹਿੰਦਾ ਮੈਂ ਅੱਗੇ ਆਵਾਂ, ਮੈਂ ਸਹੀ ਬਾਣੀ ਪੜ੍ਹਨ ਵਾਲਾ ਕਈ ਵਾਰੀ ਕਹਿ ਦਿੰਦਾ। ਸਾਡੇ 'ਚ ਵੀ ਇਹ ਚੀਜ਼ ਆ ਜਾਂਦੀ ਹੈ, ਮੈਨੂੰ ਗਿਆਨ ਹੈ, ਮੈਂ ਸਹੀ ਹਾਂ। ਪਰ ਸੇਵਾ ਦੇ ਵਿੱਚ ਕਿਤੇ ਜਾ ਕੇ ਦੇਖੋ, ਹੁਣ ਆਮ ਗੁਰੂ ਘਰਾਂ 'ਚ ਬਹੁਤੀ ਸੇਵਾ ਰਹੀ ਨਹੀਂ, ਖਾਸ ਕਰਕੇ ਦਰਬਾਰ ਸਾਹਿਬ ਵੱਡੇ ਗੁਰੂ ਘਰਾਂ ਦੇ ਵਿੱਚ ਸੇਵਾ ਜ਼ਿਆਦੀ ਹੈ। ਉੱਥੇ ਜਾ ਕੇ ਵੇਖੋ, ਤੁਹਾਡੀ ਮਰਜ਼ੀ ਨਹੀਂ ਚੱਲਣੀ। ਜਿਹੜੇ ਰੂਲ ਸਦੀਆਂ ਤੋਂ ਚੱਲਦੇ ਆ ਰਹੇ ਨੇ ਤੁਹਾਨੂੰ ਉਹੀਓ ਫੋਲੋ ਕਰਨੇ ਪੈਣੇ ਨੇ। ਆਪਣਾ ਗਿਆਨ ਉੱਥੇ ਰੁਕ ਜਾਂਦਾ ਹੈ, ਉੱਥੇ ਫਿਰ ਜਿਹੜਾ ਹੈ ਹਉਮੈ ਦਾ ਬੀਜ ਨਾਸ਼ ਹੋ ਜਾਂਦਾ ਹੈ। ਸੋ ਇਸ ਕਰਕੇ ਸਤਿਗੁਰੂ ਕਹਿਣ ਲੱਗੇ, ਭਲਿਆ ਤੂੰ ਸੇਵਾ ਕਰ। ਜਦੋਂ ਮਨੁੱਖ ਸੇਵਾ ਕਰਦਾ ਹੈ, ਸੇਵਾ ਦੇ ਵਿੱਚੋਂ ਸੰਤੋਖ ਪੈਦਾ ਹੁੰਦਾ ਹੈ, ਅਤੇ ਸੰਤੋਖੀ ਮਨੁੱਖ ਹੀ ਪਰਮਾਤਮਾ ਤੱਕ ਪਹੁੰਚਦਾ। ਮੈਂ ਇਹ ਪੰਕਤੀਆਂ ਦੇ ਥੋੜ੍ਹੇ ਜਿਹੇ ਅਰਥ ਕਰ ਦੇਣਾ। ਫਿਰ ਮੇਰੇ ਮਨ 'ਚ ਅੱਜ ਇੱਕ ਸਾਖੀ ਸੀ ਕਿ ਕਿਵੇਂ ਸੰਤੋਖੀ ਮਨੁੱਖ ਵਡਿਆਈ ਵੱਡਾ ਪਾਇਆ ਤੱਕ ਪਹੁੰਚਦਾ ਹੈ। ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬੜਾ ਪਿਆਰਾ ਬੋਲ ਹੈ। ਸਤਿਗੁਰਾਂ ਨੇ ਉੱਥੇ 2 ਗੱਲਾਂ ਕੀਤੀਆਂ। ਕਹਿਣ ਲੱਗੇ, ਭਲਿਆ ਤੂੰ ਬਾਣੀ ਪੜ੍ਹਦਾ ਹੈ ਨਾ, ਅਤੇ ਅਰਦਾਸ ਕਰਿਆ ਕਰ ਮੈਨੂੰ ਬਾਣੀ ਲੱਗ ਜਾਵੇ। ਮੇਰੇ ਸ਼ਬਦਾਂ ਵੱਲ ਧਿਆਨ ਦਿਓ। ਕਹਿੰਦੇ ਅਰਦਾਸ ਕਰਿਆ ਕਰ ਮੈਨੂੰ ਬਾਣੀ ਲੱਗ ਜਾਵੇ। ਜਦੋਂ ਬਾਣੀ ਲੱਗ ਪਈ, ਕਹਿੰਦੇ ਫਿਰ ਬਾਣੀ ਦੇ ਵਿੱਚੋਂ ਜਿਹੜਾ ਕਨਸੈਪਟ ਆਪਾਂ ਕੱਲ੍ਹ ਵਾਚਿਆ ਸੀ, ਗੁਰੂ ਦਾ ਸ਼ਬਦ ਦੱਸਦਾ, ਉਹਦੇ ਮੁਤਾਬਕ ਸੇਵਾ ਕਰੀ। ਸਤਿਗੁਰੂ ਉਹਦੇ ਨਾਲ ਕੀ ਹੋਏਗਾ? ਕਹਿੰਦੇ ਤੈਨੂੰ ਦੁਨੀਆ ਦੇ ਵਿੱਚ ਸੁੱਖ ਮਿਲੇਗਾ। ਕਿੱਥੋਂ ਦਾ? ਕਹਿੰਦੇ ਲੋਕ ਪਰਲੋਕ ਦਾ ਤੈਨੂੰ ਪਤਾ ਲੱਗ ਜਾਏਗਾ। ਦੁਨੀਆ ਨਾਸ਼ਵੰਤ ਹੈ, ਪਰਮਾਤਮਾ ਦੀ ਦਰਗਾਹ ਦੇ ਵਿੱਚ ਤੂੰ ਲੁੱਡੀਆਂ ਪਾਉਂਦਾ ਹੋਇਆ ਨੱਚਦਾ ਖੁਸ਼ੀ ਦੇ ਨਾਲ ਜਾਵੇਂਗਾ। ਹੁਣ ਬਾਣੀ ਲੱਗਣ ਦਾ ਅਰਥ ਕੀ ਹੈ? ਕਈ ਵਾਰੀ ਮਨ 'ਚ ਆ ਜਾਂਦਾ ਹੈ। ਬਾਣੀ ਪੜ੍ਹਨ 'ਤੇ ਹੋਇਆ ਵੀ ਆਪਾਂ ਕਹਿ ਦਈਏ ਵੀ ਭਾਈ ਬਾਣੀ ਪੜ੍ਹੋ। ਬਾਣੀ ਅਸੀਂ ਸਾਰੇ ਪੜ੍ਹਦੇ ਹਾਂ। 2 ਚੀਜ਼ਾਂ ਹੁੰਦੀਆਂ ਨੇ, ਇੱਕ ਪ੍ਰਸ਼ਾਦਾ ਛਕਿਆ ਜਾਂਦਾ, ਇੱਕ ਪ੍ਰਸ਼ਾਦਾ ਲੱਗ ਜਾਂਦਾ ਹੈ। ਕਈ ਵਾਰੀ ਬੱਚਾ ਬੜਾ ਕਮਜ਼ੋਰ ਹੈ, ਘਰਦਿਆਂ ਨੂੰ ਪੁੱਛਦੇ ਨਿਆਣਾ ਤੁਹਾਡਾ ਬੜਾ ਕਮਜ਼ੋਰ ਹੈ, ਕਿਤੇ ਖਾਂਦਾ ਪੀਂਦਾ ਤੇ ਬੜਾ ਕੁਛ, ਪਰ ਇਹਨੂੰ ਲੱਗਦਾ ਨਹੀਂ। ਖੁਰਾਕ ਖਾਧੀ ਤੇ ਜਾ ਰਹੀ ਹੈ, ਪਰ ਉਹ ਖੁਰਾਕ ਐਨਰਜੀ ਨਾ ਪੈਦਾ ਕਰ ਸਕੀ, ਸਰੀਰ ਦੇ ਵਿੱਚ ਤਾਕਤ ਨਾ ਪੈਦਾ ਕਰ ਸਕੀ। ਜਿਉਂ ਖਾਧੀ ਤਿਉਂ ਦੀ ਤਿਉਂ ਵਿਸਟਾ ਦੇ ਵਿੱਚ ਨਿਕਲ ਗਈ। ਅਸੀਂ ਕਈ ਵਾਰੀ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹੀ ਜਾ ਰਹੀ ਹੈ, ਜਿਉਂ ਬਾਣੀ ਪੜ੍ਹੀ ਤਿਉਂ ਦੀ ਤਿਉਂ ਹਉਮੈ ਦੇ ਰਾਹੀਂ, ਜਿਹੜੀ ਵਿਕਾਰਾਂ ਦੇ ਰਾਹੀਂ ਬਾਹਰ ਦੀ ਬਾਹਰ ਆ ਗਈ। ਸਤਿਗੁਰੂ ਕਹਿੰਦੇ ਬਾਣੀ ਪੜ੍ਹਦਾ ਹੈ, ਅਰਦਾਸ ਕਰ ਬਾਣੀ ਲੱਗ ਜਾਵੇ। ਕਹਿਣ ਲੱਗੇ ਇਤ ਤਨ ਲੱਗੈ ਬਾਣੀਆਂ। ਜਿਸ ਤਨ ਨੂੰ, ਜਿਸ ਸਰੀਰ ਨੂੰ ਬਾਣੀ ਲੱਗ ਜਾਂਦੀ ਹੈ, ਜਿਹਨੂੰ ਘਰ ਦੀ ਸੁੱਕੀ ਰੋਟੀ ਵੀ ਲੱਗ ਜੇ ਨਾ, ਉਹ ਵੀ ਜਿਹੜਾ ਹੈਲਦੀ ਹੋ ਜਾਂਦਾ ਹੈ, ਵੱਧ ਫੁੱਲ ਜਾਂਦਾ ਹੈ। ਅਤੇ ਨਹੀਂ ਤਾਂ ਜੇ ਨਹੀਂ ਫੁੱਲਣਾ, ਉਹਨੂੰ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਖਵਾ ਦਿਓ, ਕਈ ਵਾਰੀ ਬੰਦਾ ਤਾਂ ਵੀ ਕਮਜ਼ੋਰ ਰਹਿੰਦਾ। ਜਿਹਨੂੰ ਬਾਣੀ ਲੱਗ ਜਾਵੇ, ਕਹਿਣਗੇ ਇਤ ਤਨ ਲੱਗੈ ਬਾਣੀਆਂ, ਸੁਖ ਹੋਵੈ ਸੇਵਕ ਮਾਣੀਆਂ। ਕਹਿੰਦੇ ਫਿਰ ਸੇਵਾ ਕਰੀ, ਸੇਵਾ ਕਮਾਵੀਂ, ਉਹਦੇ 'ਚੋਂ ਸੁੱਖ ਮਿਲੇਗਾ। ਸਭ ਦੁਨੀਆ ਆਵਣ ਜਾਣੀਆਂ। ਕਹਿਣ ਲੱਗੇ ਵਿੱਚ ਦੁਨੀਆ ਸੇਵ ਕਮਾਈ ਹੈ, ਪੁੱਤਰ ਤੂੰ ਇਸ ਦੁਨੀਆ ਦੇ ਵਿੱਚ ਰਹਿ ਕੇ ਸੇਵਾ ਕਰਨੀ ਹੈ। ਮਿਲੇਗਾ ਕਿ ਤਾਂ ਦਰਗਾਹ ਬੈਸਣ ਪਾਈਏ। ਸੇਵਾ ਦੁਨੀਆ ਦੇ ਵਿੱਚ ਗੁਰੂ ਦੇ ਕੋਲ ਕੀਤੀ ਤੇ ਤੇਰੀ ਥਾਂ ਪੱਕੀ ਗੁਰੂ ਦੇ ਚਰਨਾਂ ਦੇ ਵਿੱਚ, ਦਰਗਾਹ ਦੇ ਵਿੱਚ ਹੋ ਜਾਏਗੀ। ਇਤ ਤਨ ਲੱਗੈ ਬਾਣੀਆਂ, ਸੁਖ ਹੋਵੈ ਸੇਵਕ ਮਾਣੀਆਂ। ਸਭ ਦੁਨੀਆ ਆਵਣ ਜਾਣੀਆਂ। ਵਿੱਚ ਦੁਨੀਆ ਸੇਵਕ ਕਮਾਈਐ, ਤਾਂ ਦਰਗਾਹ ਬੈਸਣ ਜਾਈਏ। ਕਹੋ ਨਾਨਕ ਬਾਂਹ ਲੁਡਾਈਐ। ਲੁਡਾਈਏ ਦਾ ਅਰਥ ਹੈ ਲੁੱਡੀਆਂ ਪਾਉਂਦਾ, ਬਾਂਹ ਖਿਲਾਰ ਖਿਲਾਰ ਕੇ ਖੁਸ਼ੀ ਨਾਲ ਝੂਮ ਕੇ ਦਰਗਾਹ ਦੇ ਵਿੱਚ ਜਾਂਦਾ। ਇਹਨੂੰ ਸਤਿਗੁਰੂ ਅੱਜ ਗੁਰੂ ਨਾਨਕ ਸਾਹਿਬ ਇੱਥੇ ਬਖਸ਼ਿਸ਼ ਕਰਦੇ ਨੇ। ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ। ਇਹਦੇ 99 ਅਰਥ ਕਰਾਂਗੇ ਆਪਾਂ। ਜਿਨੀ ਸੱਚੋ ਸੱਚ ਧਿਆਇਆ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਨਾਮ ਦੇ ਨਾਲ ਉਹਨਾਂ ਨੇ ਸੇਵਾ ਕੀਤੀ ਅਤੇ ਸੇਵਾ ਸੰਤੋਖੀ ਬਣ ਕੇ ਕੀਤੀ। ਉਹਨਾਂ ਦੇ ਅੰਦਰ ਸੰਤੋਖ ਆ ਗਿਆ। ਜਦੋਂ ਸੰਤੋਖ ਆ ਗਿਆ, ਕਹਿਣਗੇ ਓਨੀ ਮੰਦੈ ਪੈਰ ਨਾ ਰੱਖਿਓ।
ਇਹਦਾ ਪਾਠ ਉਹਨੇ ਨਹੀਂ ਕਰਨਾ, ਉਹਨੇ ਊੜੇ ਨੂੰ ਹੋੜਾ ਲੱਗਾ, ਮੂੰਹ ਖੁੱਲ੍ਹਾ ਹੋਇਆ। ਕਹਿੰਦੇ ਉਹ ਮਨੁੱਖ ਫਿਰ ਕਿਸੇ ਗਲਤ ਥਾਂ ਦੇ ਉੱਤੇ ਆਪਣਾ ਪੈਰ ਨਹੀਂ ਰੱਖਦਾ, ਕਰ ਸੋ ਕ੍ਰਿਤ, ਸੱਚੀ ਸੁੱਚੀ ਕਿਰਤ ਕਰਦਾ ਹੈ ਧਰਮ ਦੀ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਕਿ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਸਿੱਖ ਸੱਚੀ ਸੁੱਚੀ ਕਿਰਤ ਕਰਦਾ ਹੈ। ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ, ਕਿਰਤ ਤੇਰੀ ਕੋਈ ਵੀ ਹੋਵੇ ਉਹ ਸੱਚੀ ਸੁੱਚੀ। ਰਕਸ਼ਾ ਚਲਾਉਣਾ ਉਹ ਵੀ ਸੱਚੀ ਸੁੱਚੀ ਹੈ। ਜੇ ਤੂੰ ਦੁਨੀਆ ਦੇ ਉੱਤੇ ਰਾਜ ਕਰਦਾ, ਜੇ ਰਾਜ ਕਰਨ 'ਚ ਵੀ ਤੇਰੀ ਇਮਾਨਦਾਰੀ ਹੈ ਤੇ ਉਹ ਵੀ ਸੱਚੀ ਸੁੱਚੀ ਹੈ। ਜੇ ਦੋਨਾਂ ਵਿੱਚ ਬੇਈਮਾਨੀ ਹੈ ਤਾਂ ਕੋਈ ਪ੍ਰਵਾਨ ਨਹੀਂ ਹੋਣੀ। ਕਰ ਸੋ ਕ੍ਰਿਤ ਧਰਮ ਕਮਾਇਆ। ਕਹਿੰਦੇ ਉਹ ਮਨੁੱਖ ਚੰਗੀ ਸੱਚੀ ਸੁੱਚੀ ਕਿਰਤ ਕਰਦਾ ਕਰਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਧਰਮ ਨੂੰ ਕਮਾ ਜਾਂਦਾ ਹੈ। ਉਹਨੀ ਦੁਨੀਆ ਤੋੜੇ ਬੰਧਨਾ। ਬੰਧਨਾਂ ਦਾ ਅਰਥ ਹੈ ਦੁਨੀਆ ਦੇ ਨਾਲ ਜਿਹੜੇ ਮੋਹ ਪਏ ਹੋਏ ਨੇ ਉਹ ਟੁੱਟ ਜਾਂਦੇ ਨੇ। ਅੰਨ ਪਾਣੀ ਥੋੜ੍ਹਾ ਖਾਇਆ, ਉਹ ਥੋੜ੍ਹਾ ਬਹੁਤਾ ਸਾਦਾ ਖਾ ਕੇ ਗੁਜ਼ਾਰਾ ਕਰ ਲੈਂਦਾ ਹੈ। ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈਂ ਚੜੇ ਸਵਾਇਆ। ਇੰਨੀਆਂ ਕੁ ਬਖਸ਼ਿਸ਼ਾਂ ਕਰਦਾ ਹੈ, ਤੂੰ ਦਾਤਾਂ ਦੇਈ ਜਾਂਦਾ, ਉਹ ਬਹੁਤੀਆਂ ਦਾਤਾਂ ਨੂੰ ਵਰਤਦਾ ਨਹੀਂ। ਵਡਿਆਈ ਵੱਡਾ ਪਾਇਆ, ਆਖਰ ਵਡਿਆਈ ਕਰਦਾ ਕਰਦਾ ਤੈਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਮੈਂ ਤਾਂ ਅੱਖਰੀ ਅਰਥ ਕਰ ਦਿੱਤੇ। ਮੈਂ ਇੱਥੇ ਇੱਕ ਸਾਖੀ ਸਾਂਝੀ ਕਰਨਾ ਚਾਹੁੰਦਾ ਇਸ ਪੌੜੀ ਦੇ ਭਾਵ ਅਰਥ ਨੂੰ ਸਮਝਣ ਵਾਸਤੇ। ਅਕਸਰ ਇੱਕ ਸਿੱਖ ਦਾ ਜ਼ਿਕਰ ਕੀਤਾ ਜਾਂਦਾ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬੜਾ ਪਿਆਰਾ ਸਿੱਖ ਹੈ। ਇਹਦਾ ਨਾਮ ਹੈ ਭਾਈ ਤੀਰਥਾ। ਮੰਝਕੀ ਦਾ ਰਹਿਣ ਵਾਲਾ ਹੈ, ਜਿਹਦੇ ਕਾਰਨ ਇਹਨੂੰ ਭਾਈ ਮੰਝ ਕਿਹਾ ਜਾਂਦਾ ਹੈ। ਇਹਦੇ ਕੋਲ ਪਿੰਡ ਦੀ ਚੌਧਰ ਹੈ। ਕੁਝ ਵਿਦਵਾਨਾਂ ਨੇ ਲਿਖਿਆ ਇਹਦੇ ਕੋਲ ਆਪਣੇ ਪਿੰਡ ਦੀ ਨਹੀਂ, ਲਾਗੇ ਚਾਗੇ ਦੇ 72 ਪਿੰਡਾਂ ਦੀ ਚੌਧਰ ਸੀ। ਕਈਆਂ ਨੇ ਇੱਥੋਂ ਤੱਕ ਵੀ ਲਿਖਿਆ ਹੈ। ਇਹ ਸਖੀ ਸਰਵਰਾਂ ਦਾ ਪੂਜਕ ਸੀ। ਇਹਦੇ ਇਲਾਕੇ ਦੇ ਵਿੱਚ ਸਖੀ ਸਰਵਰਾਂ ਦਾ ਬੜਾ ਗੜ੍ਹ ਸੀ, ਬੜਾ ਪ੍ਰਭਾਵ ਸੀ। ਹੁਣ ਇਹ ਸਖੀ ਸਰਵਰਾਂ ਦਾ ਪੂਜਕ ਹੈ, ਪਿੰਡ ਦਾ ਇਲਾਕੇ ਦਾ ਚੌਧਰੀ ਹੈ। ਘਰ ਦੇ ਵਿੱਚ ਸਖੀ ਸਰਵਰਾਂ ਦੀ ਕਬਰ ਬਣੀ ਹੋਈ, ਉਹਨੂੰ ਪੂਜਦਾ ਹੈ। ਇਹ ਕਿਤੇ ਘੁੰਮਦਾ ਘੁਮਾਉਂਦਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਜਾਂਦਾ ਹੈ। ਸਤਿਗੁਰਾਂ ਦੇ ਘਰ 'ਚੋਂ ਅੰਮ੍ਰਿਤ ਬਾਣੀ ਦੇ ਬੋਲ ਕੰਨਾਂ 'ਚ ਪੈਂਦੇ ਨੇ, ਗੁਰੂ ਘਰ ਵੱਲ ਖਿੱਚਿਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ, ਕਹਿਣ ਲੱਗਾ ਪਾਤਸ਼ਾਹ ਮੇਰੀ ਝੋਲੀ ਦੇ ਵਿੱਚ ਸਿੱਖੀ ਦੀ ਦਾਤ ਪਾ ਦਿਓ। ਸਤਿਗੁਰੂ ਕਹਿਣ ਲੱਗੇ ਪੁੱਤਰ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ। ਸਤਿਗੁਰੂ ਕੀ ਭਾਵ? ਕਹਿਣ ਲੱਗੇ ਤੂੰ ਸਖੀ ਸਰਵਰਾਂ ਦਾ ਸਿੱਖ ਹੈ, ਜਿੰਨਾ ਚਿਰ ਅੰਦਰੋਂ ਮੜੀਆਂ ਮਸਾਣਾ ਨਹੀਂ ਕੱਢੇਗਾ ਗੁਰੂ ਨਾਨਕ ਦੀ ਸਿੱਖੀ ਤੇਰੀ ਝੋਲੀ 'ਚ ਨਹੀਂ ਪੈ ਸਕਦੀ। ਇੱਕ ਚੀਜ਼ ਵਸਤੂ ਕੱਢਣੀ ਪਵੇਗੀ ਨਾ, ਵਸਤੂ ਅੰਦਰ ਵਸਤ ਸਮਾਵੇ ਤੂਜੀ ਹੋਵੇ ਪਾਸ। ਜਿੰਨਾ ਚਿਰ ਸਿੱਖੀ ਪਹਿਲੀ ਨਹੀਂ ਕੱਢੇਗਾ ਦੂਸਰੀ ਗੁਰੂ ਨਾਨਕ ਦੀ ਸਿੱਖੀ ਨਹੀਂ ਆ ਕੇ ਟਿਕੇਗੀ। ਕਹਿਣ ਲੱਗਾ ਪਾਤਸ਼ਾਹ ਉਹ ਸਿੱਖੀ ਛੱਡੀ। ਸਤਿਗੁਰੂ ਕਹਿੰਦੇ ਇੱਦਾਂ ਨਹੀਂ, ਬੜੀ ਘੱਲਣੀ ਪੈਣੀ ਹੈ, ਬੜੀ ਕੁਰਬਾਨੀ ਦੇਣੀ ਪੈਣੀ ਹੈ। ਕਹਿੰਦਾ ਮੈਨੂੰ ਮਨਜ਼ੂਰ ਹੈ। ਤੇ ਯਾਦ ਰੱਖਿਓ ਜਿਹੜਾ ਪ੍ਰੇਮ ਹੈ, ਪ੍ਰੇਮ ਮੰਗਦਾ ਹੀ ਕੁਰਬਾਨੀ ਹੈ। ਜੇ ਅੱਜ ਆਪਾਂ ਵਚਨਾਂ ਨਾ ਵਡਿਆਈ ਵੱਡਾ ਪਾਇਆ ਤੇ ਮੈਂ ਅੱਗੇ ਜਾ ਕੇ ਅਰਜ਼ ਕਰਾਂਗੇ, ਜਦੋਂ ਮਨੁੱਖ ਸੇਵਾ ਕਰਕੇ ਵਡਿਆਈ ਵੱਡੇ ਨੂੰ ਪਾਉਂਦਾ ਨਾ ਤੇ ਸੱਚੀ ਗੱਲ ਹੈ ਰੱਬ ਵੀ ਬੱਸ ਕਰਾ ਦਿੰਦਾ ਬੰਦੇ ਦੀ ਪ੍ਰੀਖਿਆ ਲੈਣ ਲੱਗਿਆ। ਮੈਂ ਇੱਕ ਦੋ ਸਾਂਝੀਆਂ ਕਰ ਦੇਣੀਆਂ ਸਾਖੀ ਦੇ ਵਿੱਚੋਂ। ਸਤਿਗੁਰੂ ਮੈਂ ਸਾਰਾ ਕੁਝ ਝੱਲ ਲਵਾਂਗਾ, ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਸਤਿਗੁਰੂ ਕਹਿੰਦੇ ਸਮਝ ਲਾ ਇਲਾਕੇ ਦਾ ਚੌਧਰੀਆਂ ਚੌਧਰ ਜਾ ਸਕਦੀ ਹੈ। ਸਤਿਗੁਰੂ ਪ੍ਰਵਾਨ ਹੈ। ਕਹਿੰਦੇ ਘਰ ਦੇ ਵਿੱਚ ਮਾਲ ਡੰਗਰ ਹੈ, ਕਾਰੋਬਾਰ ਹੈ, ਖਤਮ ਹੋ ਸਕਦਾ ਹੈ ਸਾਰਾ ਕੁਛ। ਕਹਿੰਦਾ ਪ੍ਰਵਾਨ ਹੈ। ਦੁਨੀਆ ਦੇ ਵਿੱਚ ਮਾਨ ਇੱਜ਼ਤ ਰੁਤਬਾ ਤੈਨੂੰ ਮਿਲਿਆ ਹੋਇਆ ਹੈ, ਸਭ ਤੋਂ ਔਖਾ ਹੁੰਦਾ ਆਪਣਾ ਰੁਤਬਾ ਗਵਾਉਣਾ। ਮਨੁੱਖ ਮਰਦੇ ਦਮ ਤੱਕ ਨਹੀਂ ਕਹਾਉਂਦਾ। ਸਤਿਗੁਰੂ ਕਹਿੰਦੇ ਉਹ ਜਾ ਸਕਦਾ। ਮਾਨ ਦੀ ਜਗ੍ਹਾ ਅਪਮਾਨ ਝੋਲੀ 'ਚ ਪਵੇਗਾ। ਕਹਿਣ ਲੱਗਾ ਸਤਿਗੁਰੂ ਪ੍ਰਵਾਨ ਹੈ। ਅੱਜ ਤੇਰੇ ਘਰ 'ਚ ਨੌਕਰ ਨੇ, ਕੱਲ੍ਹ ਨੂੰ ਕਿਸੇ ਦੇ ਘਰ ਦੇ ਵਿੱਚ ਤੇਰੇ ਪਰਿਵਾਰ ਨੂੰ ਨੌਕਰ ਬਣ ਕੇ ਰਹਿਣਾ ਪਵੇਗਾ। ਹਾਰ ਕੇ ਭਾਈ ਮੰਝ ਕਹਿਣ ਲੱਗਾ ਸਤਿਗੁਰੂ ਸਾਰੀਆਂ ਗੱਲਾਂ ਪ੍ਰਵਾਨ ਨੇ, ਬਸ ਇੱਕ ਬੇਨਤੀ ਹੈ ਤੁਸੀਂ ਕਦੇ ਆਪਣੇ ਚਰਨਾਂ ਤੋਂ ਦੂਰ ਨਾ ਕਰਿਓ। ਸਤਿਗੁਰੂ ਕਹਿੰਦੇ ਚੱਲ ਠੀਕ ਹੈ, ਤੇਰੀ ਝੋਲੀ 'ਚ ਗੁਰੂ ਨਾਨਕ ਦੀ ਦਾਤ ਪੈ ਜਾਏਗੀ। ਇਹ ਆਪਣੇ ਘਰੇ ਗਿਆ। ਘਰ ਜਾ ਕੇ ਸਭ ਤੋਂ ਪਹਿਲਾਂ ਇਹਨੇ ਸਖੀ ਸਰਵਰਾਂ ਦੀ ਜਿਹੜੀ ਕਬਰ ਸੀ ਉਹਨੂੰ ਢਾਹ ਢੂ ਕੇ ਉਹ ਮਾਰ ਦਿੱਤਾ। ਜਦੋਂ ਕਬਰ ਢਾਈ ਤੇ ਜਿਹੜੇ ਸਖੀ ਸਰਵਰ ਦੇ ਚੇਲੇ ਸਨ, ਜਿਹੜੇ ਇਹ 72 ਪਿੰਡਾਂ ਦਾ ਫੈਸਲਾ ਕਰਦਾ ਸੀ ਨਾ, 72 ਪਿੰਡਾਂ ਦੀ ਪੰਚਾਇਤ ਜਿਹੜੀ ਗੱਲ ਇੱਕ ਪਾਸੇ ਕਹਿੰਦੀ ਸੀ, ਦੂਜੇ ਪਾਸੇ ਭਾਈ ਮੰਝ ਖਲੋਂਦਾ ਸੀ। ਜਿਹੜੀ ਗੱਲ ਤੇ ਭਾਈ ਮੰਝ ਖਲੋ ਜਾਂਦਾ ਸੀ 72 ਪਿੰਡਾਂ ਦੀ ਪੰਚਾਇਤ ਨੂੰ ਗੱਲ ਮੰਨਣੀ ਪੈਂਦੀ ਸੀ। ਇੰਨਾ ਦਬਦਬਾ ਸੀ ਇਹਦਾ। ਗੁਰੂ ਨਾਨਕ ਦੇ ਘਰ ਕੋਈ ਗਰੀਬੜੇ ਸਿੱਖ ਨਹੀਂ ਪੈਦਾ ਹੋਏ। ਮੈਂ ਬੜੀ ਵਾਰੀ ਅਰਜ਼ ਕਰਦਾ, ਗਰੀਬ ਵੀ ਹੈ ਪਰ ਬਹੁਤ ਬਹੁਤ ਧਨਾੜ ਵੀ ਨੇ। ਗੱਲ ਅੰਦਰ ਦੇ ਨਾਮ ਦੀ, ਅੰਦਰ ਦੇ ਗੁਣ ਦੀ ਹੈ।
ਹੁਣ ਉਹ 72 ਪਿੰਡਾਂ ਦੇ ਪੰਚਾਇਤੀ ਲੋਕ ਇਕੱਠੇ ਹੋ ਕੇ ਆ ਗਏ। ਕਦੀ ਇਹ ਪੰਚਾਇਤ ਭਾਈ ਤੀਰਥ ਦੇ ਅੱਗੇ ਹੱਥ ਜੋੜਦੀ ਸੀ, ਅੱਜ ਭਾਈ ਤੀਰਥ ਇਹਨਾਂ ਦੇ ਅੱਗੇ ਹੱਥ ਜੋੜ ਕੇ ਖਲੋਤਾ ਹੋਇਆ। ਕਹਿਣ ਲੱਗੇ ਤੁਸੀਂ ਸਾਡੇ ਚੌਧਰੀ ਜੇ, ਮੁਬਾਰਕ ਹੈ, ਤੁਸੀਂ ਸਾਡੇ ਆਗੂ ਜੇ, ਅਸੀਂ ਤੁਹਾਨੂੰ ਅੱਗੇ ਲਾਇਆ, ਮੁਬਾਰਕ ਹੈ, ਪਰ ਤੁਸੀਂ ਸਖੀ ਸਰਵਰਾਂ ਦੀ ਜੇ ਜਗ੍ਹਾ ਢਾਹ ਦਿੱਤੀ ਤਾਂ ਤੁਹਾਨੂੰ ਚੌਧਰ ਤਿਆਗਣੀ ਪਵੇਗੀ। ਭਾਈ ਮੰਝ ਨੇ ਜਵਾਬ ਦਿੱਤਾ, ਕਹਿਣ ਲੱਗੇ ਮੈਨੂੰ ਚੌਧਰ ਦੀ ਕੋਈ ਭੁੱਖ ਨਹੀਂ, ਮੈਨੂੰ ਚੌਧਰ ਨਹੀਂ ਤੁਹਾਡੀ ਚਾਹੀਦੀ। ਕਹਿਣ ਲੱਗੇ ਯਾਦ ਰੱਖਿਓ, ਲਾਗੇ ਚਾਗੇ ਜਿਹੜੇ ਪਿੰਡ ਦੇ ਵਿੱਚੋਂ ਤੁਸੀਂ ਲੰਘਦੇ ਸੋ ਤੁਹਾਨੂੰ ਸਲਾਮਾਂ ਹੁੰਦੀਆਂ ਸਨ, ਹੁਣ ਜਿੱਥੋਂ ਤੁਸੀਂ ਲੰਘੋਗੇ ਤੁਹਾਡੇ ਨਾਲ ਕੋਈ ਅੱਖ ਮਿਲਾ ਕੇ ਗੱਲ ਨਹੀਂ ਕਰੇਗਾ। ਕਹਿੰਦੇ ਮੈਨੂੰ ਪਰਵਾਹ ਕੋਈ ਨਹੀਂ। ਪਿੰਡ ਦੀ ਚੌਧਰ ਜਾਂਦੀ ਰਹੀ, ਇਲਾਕੇ ਦੀ ਚੌਧਰ ਜਾਂਦੀ ਰਹੀ। ਕੁਦਰਤੀ ਭਾਣਾ ਵਰਤਿਆ, ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਦਾ ਸਾਰਾ ਮਾਲ ਡੰਗਰ ਮਰ ਗਿਆ, ਗਾਵਾਂ ਮਰ ਗਈਆਂ, ਮੱਝਾਂ ਮਰ ਗਈਆਂ, ਬਲਦ ਮਰ ਗਏ, ਸਾਰਾ ਘਾਟਾ ਪੈ ਗਿਆ। ਦਿਨ ਜਿਹੜੇ ਨੇ ਹਾਲਾਤ ਮਾੜੇ ਆਉਣੇ ਸ਼ੁਰੂ ਹੋ ਗਏ। ਜਿਉਂ-ਜਿਉਂ ਹਾਲਾਤ ਮਾੜੇ ਆ ਰਹੇ ਨੇ, ਇਹ ਭਾਈ ਮੰਝ ਜਿਹੜਾ ਗੁਰੂ ਦੀ ਬਾਣੀ ਤਿਉਂ-ਤਿਉਂ ਪੜ੍ਹਦਾ ਜਾਂਦਾ ਕਿ ਦਾਤਾ ਤੇਰੇ ਚਰਨਾਂ ਨੂੰ ਘੁੱਟ ਕੇ ਪਕੜਿਆ। ਮੈਂ ਇੱਥੇ ਇੱਕ ਬੇਨਤੀ ਕਰਾਂ, ਤੁਸੀਂ ਕਿਤੇ ਤੁਰੇ ਜਾ ਰਹੇ ਜੇ, ਹਨੇਰੀ ਆਉਂਦੀ ਹੈ, ਬੰਦਾ ਥੋੜ੍ਹੇ ਜਿਹੇ ਪੈਰ ਸੰਭਲ ਕੇ ਚੱਲਦਾ ਹੈ। ਜਿੰਨਾ ਤੇਜ਼ ਝੱਖੜ ਆਉਂਦਾ ਬੰਦਾ ਕਿਸੇ ਰੁੱਖ ਦਾ, ਕਿਸੇ ਚੀਜ਼ ਦਾ ਸਹਾਰਾ ਲੈ ਕੇ ਉਹਨੂੰ ਫੜ ਲੈਂਦਾ ਕਿ ਮੈਂ ਘੁੱਟ ਕੇ ਫੜ ਲਾਂ। ਸਿੱਖਾ ਤੇਰੇ ਤੇ ਹਨੇਰੀਆਂ ਆਉਣ, ਝੱਖੜ ਚੁੱਲਣ, ਗੁਰੂ ਦੇ ਚਰਨ ਘੁੱਟ ਕੇ ਫੜ ਲਈ, ਤੇਰੇ ਹਨੇਰ ਤੂਫਾਨ ਕੁਛ ਨਹੀਂ ਕਦੀ ਵਿਗਾੜ ਸਕਣਗੇ। ਹਨੇਰੀ 'ਚ ਚੀਜ਼ ਉਹੀਓ ਉੜਦੀ ਹੈ ਜਿਹਦੀ ਪਕੜ ਕਮਜ਼ੋਰ ਹੋਵੇ। ਮੁਸੀਬਤਾਂ ਦੇ ਵਿੱਚ ਉਹੀਓ ਢੱਠਦੇ ਨੇ ਜਿਨ੍ਹਾਂ ਦੇ ਕੋਲ ਗੁਰੂ ਦੇ ਸ਼ਬਦ ਦੀ ਪਕੜ ਨਾ ਹੋਵੇ। ਭਾਈ ਮੰਝ ਨੇ ਗੁਰੂ ਦੇ ਸ਼ਬਦ ਰੂਪੀ ਚਰਨ ਪਕੜ ਕੇ ਰੱਖੇ ਨੇ। ਘਰ 'ਚ ਬੜੀ ਗਰੀਬੀ ਹੈ। ਜਿਹੜਾ ਕਦੀ 72 ਪਿੰਡਾਂ ਦਾ ਚੌਧਰੀ ਸੀ, ਇਹ ਹੁਣ ਘਾਹ ਖੋਤ ਕੇ ਗੁਜ਼ਾਰਾ ਕਰਦਾ ਜੀ। ਇਹ ਘਾਈ ਬਣ ਗਿਆ। ਉਹਨਾਂ ਸਮਿਆਂ ਦੇ ਵਿੱਚ ਘਾਹ ਦੀ ਮੰਡੀ ਲੱਗਦੀ ਹੁੰਦੀ ਸੀ, ਜਿਵੇਂ ਅੰਮ੍ਰਿਤਸਰ ਵੀ ਸਾਡੇ ਕੋਲ ਘਾਹ ਮੰਡੀ ਹੈ। ਘਾਹ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ। ਇਹਨਾਂ ਦਿਨਾਂ ਦੇ ਵਿੱਚ ਇੱਕ ਸਿੱਖ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਭੇਜਦੇ ਨੇ। ਕਹਿਣ ਲੱਗੇ ਜਾਓ, ਇੱਕ ਹੁਕਮਨਾਮਾ ਦਿੱਤਾ, ਜਾ ਕੇ ਭਾਈ ਮੰਝ ਨੂੰ ਦੇ ਦਿਓ। ਭਾਈ ਸਾਹਿਬ ਦੇ ਕੋਲ ਉਹ ਸਿੱਖ ਗਿਆ। ਕਹਿਣ ਲੱਗਾ ਕਿੱਥੋਂ ਆਏ ਜੇ? ਕਹਿੰਦਾ ਜੀ ਅੰਮ੍ਰਿਤਸਰ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਭੇਜਿਆ। ਕਹਿਣ ਲੱਗੇ ਧੰਨ ਭਾਗ ਮੇਰੇ ਦਾਤੇ ਨੇ ਮੈਨੂੰ ਇੰਨੀ ਗਰੀਬੀ ਦੇ ਵਿੱਚ ਵੀ ਯਾਦ ਰੱਖਿਆ। ਕਹਿੰਦੇ ਮੇਰੇ ਲਈ ਹੁਕਮ, ਕਹਿੰਦੇ ਤੁਹਾਡੇ ਲਈ ਇੱਕ ਹੁਕਮਨਾਮਾ ਭੇਜਿਆ ਹੈ। ਕਹਿੰਦੇ ਫਿਰ ਦਿਓ। ਕਹਿੰਦੇ ਗੁਰੂ ਸਾਹਿਬ ਦਾ ਹੁਕਮ ਹੈ, ਮੈਨੂੰ 20 ਰੁਪਈਏ ਇਹਦੀ ਪਹਿਲਾਂ ਭੇਟਾਂ ਦੇ ਦਿਓ, ਹੁਕਮਨਾਮਾ ਫਿਰ ਮਿਲੇਗਾ। ਬੜੀ ਗਰੀਬੀ ਸੀ। ਜਿਹੜਾ ਘਾਹ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ, ਉਹ 20 ਰੁਪਈਏ ਕਿੱਥੋਂ ਦੇਵੇ? ਆਖਰ ਉਹਨੇ ਘਰ ਦਾ ਸਾਜੋ ਸਮਾਨ ਮਾੜਾ ਮੋਟਾ ਵੇਚ ਕੇ ਇੱਧਰ ਉੱਧਰ ਆਰ ਪਾਰ ਕਰਕੇ ਹੁਕਮਨਾਮਾ ਲਿਆ। ਇਹਨਾਂ ਚਿਰ ਨੂੰ ਰਾਤ ਪੈ ਗਈ। ਦੀਵੇ ਦੀ ਲੋਚ ਪੜਦਾ, 2 ਸ਼ਬਦ ਲਿਖੇ ਹੋਏ ਨੇ। ਕੀ ਹੈ? ਭਾਈ ਤੀਰਥਿਆ ਤੈਨੂੰ ਕਰਤਾਰ ਚੇਤਾ ਆਵੇ। ਹੁਕਮਨਾਮਾ ਪੜ੍ਹਦਿਆਂ ਹੀ ਅੱਖਾਂ ਦੇ ਵਿੱਚ ਅਥਰੂ ਵਹਿ ਤੁਰੇ। ਸਿੱਖ ਪੁੱਛਣ ਲੱਗਾ ਕੀ ਗੱਲ 20 ਰੁਪਈਆਂ ਦੇ ਕਾਰਨ ਅਥਰੂ ਨੇ? ਕਹਿੰਦਾ ਨਹੀਂ, ਕਹਿੰਦਾ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ ਜਿਹਨੇ ਮੈਨੂੰ ਕਦੀ ਇੰਨੇ ਔਖੇ ਸਮੇਂ ਦੇ ਵਿੱਚ ਵੀ ਨਹੀਂ ਭੁੱਲਿਆ। ਪਹਿਲੀ ਵਾਰ ਭਾਈ ਤੀਰਥੇ ਦੇ ਅੱਖਾਂ ਦੇ ਵਿੱਚ ਜਲ ਆਇਆ। ਆਖਰ ਉਹ ਸਿੱਖ ਵਾਪਸ ਆ ਗਿਆ। ਇਹ ਆਪਣੇ ਘਰ ਦੇ ਵਿੱਚ ਜਿਹੜਾ ਉਹ ਕਿਰਤ ਕਮਾਈ ਕਰਦਾ ਹੋਇਆ ਗੁਰੂ ਗੁਰੂ ਜਪਦਾ ਹੈ। ਸਮੇਂ ਪਾ ਕੇ ਇੱਕ ਸਿੱਖ ਨੂੰ ਫਿਰ ਸਤਿਗੁਰੂ ਭੇਜ ਦਿੰਦੇ ਨੇ। ਇਸ ਵਾਰ ਹੁਕਮਨਾਮਾ ਫਿਰ ਭੇਜਿਆ ਜਾਂਦਾ। ਇਸ ਵਾਰ ਕਿਹਾ ਜਾਂਦਾ 5 ਰੁਪਈਏ ਲੈ ਕੇ ਆਇਓ। ਜਦੋਂ ਭਾਈ ਤੀਰਥ ਨੂੰ ਦੂਜੀ ਵਾਰੀ ਕਿਹਾ ਜਾਂਦਾ ਹੈ ਕਿ 5 ਰੁਪਈਏ ਦਿਓ, ਹੁਣ ਘਰ ਵਿੱਚ 5 ਰੁਪਈਏ ਜੋਗੇ ਭਾਂਡੇ ਟੀਂਡੇ ਵੀ ਨਹੀਂ ਸਨ ਜਿਹੜੇ ਵੇਚੇ ਜਾਣ। ਆਖਰ ਇਹਦੀ ਘਰ ਦੇ ਵਿੱਚ ਜਵਾਨ ਬੱਚੀ ਹੈ, ਇਹਦੀ ਪਤਨੀ ਹੈ। ਜਿਹੜੀ ਬੱਚੀ ਨੇ ਕਦੀ ਪੈਰਾਂ ਨੂੰ ਜ਼ਮੀਨ 'ਤੇ ਨਹੀਂ ਸੀ ਟੱਚ ਹੋਣ ਦਿੱਤਾ, ਕਦੀ ਬੜੇ ਕੀਮਤੀ ਜੋੜੇ ਪਾਉਂਦੀ ਹੁੰਦੀ ਸੀ, ਬੜੇ ਵਧੀਆ ਬਿਸਤਰ 'ਤੇ ਸੌਂਦੀ ਹੁੰਦੀ ਸੀ, ਬੜੇ ਲਾਡਾਂ ਨਾਲ ਪਾਲੀ ਸੀ। ਉਹ ਬੱਚੀ ਜਿਹੜੀ ਪਤਨੀ ਬੜੇ ਰੋਹਬ ਦੇ ਨਾਲ ਘਰ ਦੇ ਵਿੱਚ ਪਟਰਾਣੀ ਬਣ ਕੇ ਰਹਿੰਦੀ ਸੀ, ਅੱਜ ਮਾਵਾਂ ਧੀਆਂ ਨੇ ਕਿਸੇ ਸੇਠ ਦੇ ਘਰ ਦੇ ਵਿੱਚ ਨੌਕਰੀ ਕਰਨੀ ਕਬੂਲ ਕਰ ਲਈ, ਝਾੜੂ ਪੋਚਾ ਕਰਨਾ ਕਬੂਲ ਕਰ ਲਿਆ। ਉੱਥੋਂ 5 ਰੁਪਈਏ, ਉਹਨਾਂ ਸਮੇਂ ਦੀ ਗੱਲ ਹੈ, 5 ਰੁਪਈਏ ਧਾਰੇ ਫੜ ਕੇ ਇਹ ਗੁਰੂ ਦਾ ਹੁਕਮਨਾਮਾ ਲਿਆ। ਪਰਿਵਾਰ ਜਿਹੜਾ ਸੀ ਉਹ ਗਿਰਵੀ ਰੱਖਣਾ ਪੈ ਗਿਆ। ਉੱਥੇ 2 ਸ਼ਬਦ ਲਿਖੇ ਹੋਏ ਸਨ ਕਿ ਭਾਈ ਤੀਰਥਿਆ ਗੁਰੂ ਕੇ ਲੰਗਰਾਂ ਦੇ ਵਿੱਚ ਤੇਰੀ ਲੋੜ ਪੈ ਗਈ ਹੈ, ਤੂੰ ਜਿਵੇਂ ਕਿਵੇਂ ਹੋ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚ। ਇਹ ਪਰਿਵਾਰ ਨੂੰ ਮਗਰ ਛੱਡ ਕੇ, ਜ਼ਿੰਮੇਵਾਰੀ ਪਤਨੀ ਦੇ ਸਿਰ 'ਤੇ ਛੱਡ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਆ ਗਿਆ। ਇੱਥੇ ਆਣ ਕੇ ਇਹਦੀ ਡਿਊਟੀ ਲੱਗੀ। ਇਹ ਗੁਰੂ ਘਰ ਦੇ ਵਾਸਤੇ ਬਾਲਣ ਦੇ ਲਈ ਲੱਕੜਾਂ ਲੈ ਕੇ ਆਉਂਦਾ ਇਕੱਠੀਆਂ ਕਰਕੇ। ਸਤਿਗੁਰਾਂ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਇਹਦੇ ਵੱਲ, ਕੋਈ ਆਓ ਭਗਤ ਨਹੀਂ ਕੀਤੀ। ਕਹਿੰਦੇ ਆਇਆ ਤੇ ਇਹਨੂੰ ਕਹੋ ਸੇਵਾ 'ਤੇ ਲੱਗ ਜੇ। ਪ੍ਰੀਖਿਆ ਸੀ ਨਾ, ਸੇਵਾ 'ਤੇ ਲੱਗ ਗਿਆ। ਇਹ ਪੰਡ ਇੱਕ ਜਿਹੜੀ ਲੱਕੜਾਂ ਦੀ ਲੈ ਕੇ ਆਉਂਦਾ ਏ ਲੰਗਰ ਦੇ ਵਿੱਚੋਂ,
सेवा करदा है, उत्थों प्रशादा छक के गुजारा करदा है। एक दिन गुरु अर्जन साहब महाराज जी ने लंगर दे विच फेरा मारिया, लांगरी नूं पुछण लगे, मंजगी दा रहण वाला भाई मंझ आया है, की करदा हुंदा है? सतगुरु वो लंगर वास्ते तुहाडीਆਂ संगतां वास्ते लकड़ां लैके आउंदा है। चंगी गल है, सतगुरु कहण लगे। प्रशादा कित्थों छकदा है? सतगुरु लंगर चों छकना जित्थों सारी संगत छकदी है। लांगरी ने जवाब दिता। सतगुरु कहण लगे, उन्होंने एक मेरा सुनेहा दे दिओ, तू घरों सारा कुछ छड्ड के आया, इत्थे आण के मजदूरी फिर कर लग पिया, जे मजदूरी करनी तो घर रहना सी। सतगुरु भाव सतगुरु कह लगे, उन्होंने इन्नी गल कह दिओ, जे लकड़ां लिया के लंगर ही छकना, ये तो बिजनस हो गया, मजदूरी हो गई, ये तो फिर सेवा ना कोई होई। लांगरी का दिल अंदरों बहल गया कि पातशाह किहो जिहा परचा सिख नूं पा देण लगे जे। अज भाई मंझ 5 लकड़ां दी लैके आया है। लांगरी ने प्रशादा दिता, इन्हें हत्थ ते प्रशादा रखिया, गराही तोड़ी। लांगरी कहन लगा, अज गुरु साहब आए सन। कहंदा बड़ी चंगी गल, बड़ा खुश होया। कहन लगा फिर, कहंदे तेरे बारे पुछ रहे सन। मन खुश हो गया, शुक्र है पातशाह मैनूं याद रखिया। भाई मंझ कहन लगा, मेरे लिए कोई बचन? कहंदे हाँ, एक हुक्म करके गए ने। की हुक्म है? सतगुरु ये गल कह के गए ने, तीरथे नूं मंझ नूं कह दी कि इत्थे मजदूरी करन आया कि सेवा करना है, जिन्नियां लकड़ां लियाउणा उन्हां ते लंगर छक जाना है। भाई तीरथे ने हत्थ जोड़े, दूसरी वार नेत्रां दे विचों जल आया। लांगरी कहंदा, मैं तेरे अंदर दी वेदना समझ सकदा है। भाई मंझ कह लगा, नहीं, ये पछतावे दे अथरू नहीं, ये शुकराने दे अथरू ने। दाता मैं जदों डिग्गन लगदा हाँ तू मैनूं बचा लेना है, अज तो बाद ये गलती नहीं होगी। उस दिन तो बाद भाई मंझ 2 पंडा लैके आउंदा सी लकड़ दियां, एक गुरु दे लंगरां वास्ते, एक लकड़ां दी पंड नूं बाजार च वेच के उहदा प्रशादा छकदा हुंदा सी। इन्नी काल कमाई की, बड़ी काल कमाई की। मैं सिर्फ शॉर्ट च सुना रहा तुहानूं। आखिर ਪ੍ਰੀਖਿਆ पास ਹੁੰਦੀ गई, स्टैप बाय स्टैप चढ़ता गया। एक दिन लकड़ां लैके आ रहा, हनेर बड़ा सी। आपां तरन ताਰਨ जाने भाई मंझ दा खूह देखते हैं ना, उस खूह दे विच वैसे तो वलगन हुंदी सी पुराने समय के खूह दे दुआले, वो खूह कच्चा सी। उस खूह दे विच भाई मंझ जिहड़े ने वो डिग जांदे ने, पर इन्ना क अंदर जुड़ चुका सी। भाई मंझ खूह च डिग पिया, छाती तक पानी आ गया, लकड़ां नहीं डिगन दित्तियां, लकड़ां दी पंड सिर ते है। रात खूह दे विच ही रह गया, किते बाणी पढ़दा रहा। सवेरे वेले किसी सिख दे कन्नी बाणी पई, उन्हें जाके गुरु अर्जन साहब नूं दस्सिया कि तुहाडा प्यारा सिख जिहड़ा है वो खूह दे विच डिग्गा। सतगुरु उस वेले सुनदियां सारी नंगे चरनी दौड़े आण के भाई मंझ दे दुआले रस्सा सुटिया। कहन लगे, भाई मंझ आ रस्सा पकड़ के लकड़ां नूं एक पासे रख ते रस्सा पकड़ के उपर आ जा। सिर ते लकड़ां सन। कहन लगा, उन्हां लकड़ां नूं किवें छड्डदा? लकड़ां करके ते दाता तेरे चरनां दे नाल जुड़िया होया, इन्हां लकड़ां नूं किवें पिछे पादा? इन्हें लकड़ां नूं गंढ मारी, पहलां लकड़ां बाहर कड्ढियां, फिर भाई मंझ बाहर आया। जो बाहर आया, सतगुरां दे चरनां ते ढट्ठा सतगुरां ने कुट के छाती दे नाल लाया। छाती दे नाल आके कहन लगा, सिखा तू निहाल निहाल निहाल, मंग जो मंगना है। कहन लगा, दाता मंगन की बिरती नहीं रही। हुण जिन्हों सतगुरु कह रहे ना, सेव कीती संतोखी, इन्ना क संतोख आ गए। सच्ची जाने साडे वर्गे हुंदे ते कह दिंदा, पातशाह जिहड़े घाटे पए ने वो पूरे कर दिओ, चौधर दवा दिओ। सतगुरु कह लगे, नहीं तू मंग। सतगुरु किसी चीज़ की लोड़ नहीं। सतगुरु कहंदे, नहीं तू इन्नी क घाल कमाई की, अज गुरु नानक का खजाना खुला है तेरे वास्ते, कुरबान जाओ गुरमुखो। भाई मंझ तो जे मंगिया तो साडे वास्ते मंगिया। की मंगिया? कहन लगा, दाता कलयुग का समा है, इन्नी प्रीख्या ना पाया कर, तेरे सिख कई वेले पता नहीं कित्थे तिलक जाते हैं। सतगुरां ने घुट के छाती दे नाल लाया। अज तीसरी वार भाई मंझ दे अखां दे विच जल आया। सतगुरां ने फिर उत्थे बचन वरते, कहन लगे, मंझ प्यारा गुरु को, गुर मंझ प्यारा, मंझ गुरु का बोझ था, जग लंघन हारा। कहंदे जिवें एक तूफानां दे विच जहाज मनुख नूं समुंदर तो सहजे ही पार करा दिंदा, ये भवजल तो कल्ला सिख पार नहीं होवेगा। जिहड़ा भाई मंझ दी साखी सुनेगा, भावना दे नाल भाई मंझ दे चरनां च जुड़ेगा, भाई मंझ दे नाल जुड़िया होया सिख दा भी भवसागर तो पार उतारा हो जाएगा। आ जीवन सेवा दे विचों निकलदा है, आ जीवन सिमरन दे विचों निकलदा है। जिन्हों अज गुरु नानक साहब महाराज जी कह रहे ने, सेव कीती संतोखई, जिन्नी सच्चो सच ते आया। सेवा करनी सुखैन नहीं है। मैं ये स्पष्ट कर देवां,
ਸਾਨੂੰ ਲੱਗਦਾ ਨਾ ਅਸੀਂ ਗੁਰੂ ਘਰ ਆਣ ਕੇ ਸੇਵਾ, ਜਿਹੜੇ ਸਾਡੀ ਸੇਵਾ ਹੈ ਨਾ, ਸਾਡੀ ਸੇਵਾ ਦੇ ਵਿੱਚ ਸੁਆਰਥ ਜੁੜਿਆ ਹੋਇਆ ਹੈ। ਅਸੀਂ ਕਦੀ ਕੋਈ ਦਾਤ ਮੰਗਦੇ ਹਾਂ, ਕਦੀ ਕੋਈ ਦਾਤ ਮੰਗਦੇ ਹਾਂ, ਪਰ ਜਦੋਂ ਤੁਸੀਂ ਨਿਸਵਾਰਥ ਹੋ ਕੇ ਸੇਵਾ ਕਰਨਾ ਸ਼ੁਰੂ ਕਰਦੇ ਜੇ ਨਾ, ਇੰਨੀ ਕੁ ਜ਼ਿਆਦਾ ਪ੍ਰੀਖਿਆ ਪੈਂਦੀ ਹੈ, ਪੁੱਛੋ ਹੀ ਕੁਛ ਨਾ। ਮੈਂ ਸੋਚਦਾ ਉਸ ਵੇਲੇ ਭਾਈ ਮੰਝ ਦੇ ਕਿੰਨੀਆਂ ਕੁ ਕਠਿਨਾਈਆਂ ਸਨ। ਅੱਜ ਵੀ ਸਾਨੂੰ ਉਹ ਕੁਝ ਜਰਨਾ ਪੈ ਜਾਂਦਾ ਜਿਹੜਾ ਕਦੀ ਅਸੀਂ ਸੋਚਿਆ ਨਹੀਂ ਹੁੰਦਾ। ਗੁਰਮੁਖੋ, ਮਨੁੱਖ ਨੂੰ ਸਭ ਤੋਂ ਵੱਡਾ ਆਪਣਿਆਂ ਦਾ ਮਾਣ ਹੁੰਦਾ ਹੈ, ਕਿਉਂਕਿ ਸ਼ਲੋਕ ਹਉਮੈ ਦੇ ਸਨ। ਸਭ ਤੋਂ ਪਹਿਲਾਂ ਜਦੋਂ ਪ੍ਰੀਖਿਆ ਪੈਂਦੀ, ਆਪਣੇ ਹੀ ਸਾਥ ਛੱਡ ਕੇ ਜਾਂਦੇ ਨੇ। ਜਿਹਦੇ ਤੇ ਯਕੀਨ ਸੀ ਮੇਰੀ ਮਾਂ ਹੈ, ਮੇਰਾ ਬਾਪ ਹੈ, ਮੇਰੀ ਭੈਣ ਹੈ, ਮੇਰਾ ਭਰਾ ਹੈ, ਮੇਰਾ ਸਾਕੀ ਹੈ, ਮੇਰਾ ਸੰਬੰਧੀ ਹੈ, ਮੇਰੀ ਪਤਨੀ ਹੈ, ਮੇਰਾ ਪਤੀ ਹੈ, ਇਹਨਾਂ ਵੱਲੋਂ ਕਦੀ ਮੈਨੂੰ ਅੜਿੱਚਣ ਨਹੀਂ ਜ਼ਿੰਦਗੀ 'ਚ ਆਵੇਗੀ। ਜਦੋਂ ਗੁਰੂ ਪ੍ਰੀਖਿਆ ਲੈਣ ਤੇ ਆਉਂਦਾ, ਸਭ ਤੋਂ ਪਹਿਲਾਂ ਇਹੋ ਮਨੁੱਖ ਨੂੰ ਦਰਕਾਰਦੇ ਜੇ। ਬੜਾ ਕੁਝ ਜਰਨਾ ਪੈਂਦਾ ਹੈ। ਸੇਵਾ ਵਾਲੇ ਨੂੰ ਮਾਣ ਨਹੀਂ ਮਿਲਦਾ। ਜਦੋਂ ਗੁਰੂ ਪਰਚਾ ਪਾਉਂਦਾ, ਬਹੁਤ ਕੁਝ ਗੱਲਾਂ ਸੁਣਨੀਆਂ ਪੈਂਦੀਆਂ ਨੇ, ਬੜਾ ਕੁਝ ਜ਼ਿੰਦਗੀ ਦੇ ਵਿੱਚ ਜਰਨਾ ਪੈਂਦਾ ਹੈ। ਮੈਂ ਬਸ ਇੰਨਾ ਕੁ ਕਹਿ ਦੇਵਾਂ ਵੀ ਅੰਦਰ ਨੂੰ ਘੁੱਟ ਭਰਨੇ ਪੈਂਦੇ ਨੇ। ਉਦੋਂ ਵੀ ਮਨ ਸੋਚਦਾ ਕਿ ਦਾਤਾ ਮਿਹਰ ਕਰੇ, ਸਾਡੇ ਕੋਲ ਬੱਚਿਆਂ ਨਹੀਂ ਜਾਣਾ। ਬੜੀ ਕਾਲ ਕਮਾਈ ਔਖੀ ਹੈ। ਤੁਸੀਂ ਮਤਾ ਸਮਝੋ ਕਿ 2 ਭਾਂਡੇ ਮਾਂਜੇ, ਹੱਥ ਮਾਰ ਕੇ ਭਾਂਡਿਆਂ ਨੂੰ ਅਸੀਂ ਘਰ ਆ ਗਏ, ਸ਼ਾਇਦ ਇਹ ਬੜਾ ਕੰਮ ਸੁਖੈਨ ਹੈ। ਇਹ ਉਨਾ ਚਿਰ ਤੱਕ ਸੁਖੈਨ ਹੈ ਜਿੰਨਾ ਚਿਰ ਤੱਕ ਤੁਸੀਂ ਦੂਰ ਜੇ। ਜਦੋਂ ਗੁਰੂ ਦੇ ਚਰਨਾਂ 'ਚ ਆ ਜਾਂਦੇ ਜੇ ਨਾ, ਮੇਰੇ ਰਾਤੀ ਦਿਮਾਗ 'ਚ ਆ ਰਿਹਾ ਸੀ ਮੈਂ ਕਿਹੜੀ ਉਦਾਹਰਨ ਦੇਵਾਂ। ਤੁਸੀਂ ਕਣਕ ਦਾ ਦਾਣਾ ਦੇਖੋ ਕਦੀ। ਕਣਕ ਦਾ ਦਾਣਾ ਬੜਾ ਸਖਤ ਹੁੰਦਾ, ਹੱਥ ਨਾਲ ਨੱਪੋ ਨਹੀਂ ਨੱਪਿਆ ਜਾਂਦਾ। ਪਰ ਉਹ ਜਦੋਂ ਇੱਕ ਪ੍ਰੋਸੈਸ ਦੇ ਵਿੱਚੋਂ ਨਿਕਲਦਾ, ਰੋਟੀ ਬਣਦੀ ਹੈ, ਤੇ ਰੋਟੀ ਨੂੰ ਜਿੱਦਾਂ ਮਰਜ਼ੀ ਮਰੋੜ ਦੇ, ਉਹਦੇ ਅੰਦਰ ਦੀ ਲਚਕ, ਉਹਦੇ ਅੰਦਰ ਦਾ ਹੰਕਾਰ ਖਤਮ ਹੋ ਕੇ ਅੰਦਰ ਦੀ ਲਚਕ ਆ ਜਾਂਦੀ। ਇਹ ਆਹ ਹਾਲ ਸਿੱਖ ਦਾ ਹੁੰਦਾ ਜੀ। ਜ਼ਮੀਨ ਦੇ ਵਿੱਚੋਂ ਕਣਕ ਦਾ ਦਾਣਾ ਉੱਗਿਆ, ਉਹਨੂੰ ਫਲਿਆਂ ਦੇ ਨਾਲ ਗਾਇਆ ਗਿਆ। ਅੱਜ ਚਲੋ ਮਸ਼ੀਨਾਂ 'ਚੋਂ ਕੱਢਿਆ ਜਾਂਦਾ ਹੈ। ਇੱਥੇ ਬਸ ਨਹੀਂ, ਚੱਕੀ ਦੇ ਵਿੱਚੋਂ ਪੀਸ ਕੇ ਬਰੀਕ ਆਟਾ ਕਰ ਦਿੱਤਾ, ਸਾਰਾ ਕੁਝ ਖਤਮ ਹੋ ਗਿਆ। ਆਟੇ ਤੋਂ ਬਾਅਦ ਫਿਰ ਨਹੀਂ ਰੁਕਿਆ। ਬੀਬੀਆਂ ਨੇ ਇਹਨੂੰ ਫੜ ਕੇ ਪਰਾਤ ਦੇ ਵਿੱਚ ਮੁੱਕੀ ਦੇ ਨਾਲ ਜਿਹੜਾ ਸੀ ਚੰਗੀ ਇਹਦੀ ਮਿੱਝ ਕੱਢੀ, ਇਹਨੂੰ ਨਰਮ ਕੀਤਾ, ਇਹਨੂੰ ਤਵੇ 'ਤੇ ਰੱਖ ਕੇ ਪਕਾਇਆ। ਪੱਕਣ ਤੋਂ ਬਾਅਦ ਜਾ ਕੇ ਕਿਤੇ ਪੇਟ ਦੀ ਭੁੱਖ ਮਿਟਾਉਂਦਾ। ਜਦੋਂ ਸਿੱਖ ਸੇਵਾ ਦੇ ਵਿੱਚ ਆਉਂਦਾ, ਕਈ ਵਾਰੀ ਹੰਕਾਰ ਦੇ ਵਾਂਗ, ਕਣਕ ਦੇ ਦਾਣੇ ਵਾਂਗ ਹੰਕਾਰ ਨਾਲ ਲੱਦਿਆ ਹੁੰਦਾ ਹੈ। ਗੁਰੂ ਉਸ ਹੰਕਾਰ ਨੂੰ ਖਤਮ ਕਰਕੇ, ਪਹਿਲਾਂ ਜਿੱਦਾਂ ਚੱਕੀ 'ਚੋਂ ਦਾਣੇ ਨਿਕਲਦੇ ਨੇ, ਬਸ ਇੱਦਾਂ ਸਿੱਖ ਨੂੰ ਕਈ ਵਾਰੀ ਨਿਕਲਣਾ ਪੈਂਦਾ। ਸੱਚੀ ਗੱਲ ਹੈ। ਪਰ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਇਹ ਜਪ ਤਪ ਦੇ ਨਾਲ ਪੱਕਦਾ ਹੈ, ਜਿਸ ਦਿਨ ਗੁਰੂ ਜਿਵੇਂ ਪ੍ਰਸ਼ਾਦਾ ਬਣ ਕੇ ਕੋਈ ਪੇਟ ਦੀ ਭੁੱਖ ਮਿਟਾ ਲੈਂਦਾ, ਸਿੱਖ ਨਾਮ ਜਪਦਾ ਜਪਦਾ ਆਪਣੇ ਅੰਦਰ ਨੂੰ ਤ੍ਰਿਪਤ ਕਰ ਲੈਂਦਾ। ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਤੇ ਆਏ। ਇਹ ਮੈਂ ਤਾਂ ਅਰਜ਼ ਕਰ ਦਿੱਤੀ, ਇਹ ਬੜੇ ਵੱਡੇ ਕੁਝ ਸੇਵਾ ਦੇ ਕਨਸੈਪਟ ਚੱਲਦੇ ਨੇ, ਸਿਮਰਨ ਦੇ ਚੱਲਦੇ ਨੇ। ਕੱਚੇ ਮਨੁੱਖ ਟੁੱਟ ਜਾਂਦੇ ਨੇ, ਮਜਬੂਰੀ ਹੈ, ਸਾਡੇ ਕੋਲ ਨਹੀਂ ਇੰਨਾ ਕੁਝ ਜਰਿਆ ਜਾਂਦਾ। ਭਾਈ ਮੰਝ ਵਾਂਗੂ ਸਾਡੇ ਕੋਲੋਂ ਨਹੀਂ ਅਪਮਾਨ ਸਹਿਆ ਜਾਂਦਾ, ਇੰਨੀਆਂ ਘਾਲ ਕਮਾਈਆਂ ਨਹੀਂ ਸਾਡੇ ਕੋਲੋਂ ਕੀਤੀਆਂ ਜਾਂਦੀਆਂ, ਬੜਾ ਔਖਾ ਹੋ ਜਾਂਦਾ। ਸਤਿਗੁਰ ਕਹਿਣ ਲੱਗੇ, ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ। ਜਦੋਂ ਤੂੰ ਸੇਵਾ ਦੇ ਨਾਲ, ਸਿਮਰਨ ਦੇ ਨਾਲ ਜੁੜੇ, ਇੱਕ ਮਨ 'ਚ ਚੇਤਾ ਰੱਖੀ, ਅੰਬ ਉਹੀਓ ਖਾਧੇ ਜਾਂਦੇ ਨੇ ਸਵਾਦ ਦੇ ਨਾਲ ਜਿਹੜੇ ਪੱਕ ਜਾਂਦੇ ਨੇ। ਸਾਰੇ ਅੰਬ ਨਹੀਂ ਪੱਕਦੇ ਹੁੰਦੇ। ਕੁਝ ਨੂੰ ਹਨੇਰੀ ਤੋੜ ਜਾਂਦੀ ਹੈ, ਕੁਝ ਨੂੰ ਤੋਤੇ ਟੁੱਕ ਜਾਂਦੇ ਨੇ, ਕੋਈ ਕਾਲੇ ਪੈ ਜਾਂਦੇ ਨੇ। ਜਿਹਦੇ ਅੰਦਰ ਰਸ ਭਰ ਜਾਵੇ, ਕੀਮਤ ਉਹਦੀ ਪੈਂਦੀ ਹੈ। ਤੇਰੇ ਅੰਤੇ ਬੜੀਆਂ ਹਨੇਰੀਆਂ ਆਉਣੀਆਂ ਨੇ, ਕਈਆਂ ਨੇ ਤੈਨੂੰ ਤੋੜ ਕੇ ਗਾਂਹ ਸੁੱਟਣਾ, ਕਈ ਵਿਚਾਰੇ ਟੁੱਟ ਜਾਂਦੇ ਨੇ। ਇਹੋ ਜਿਹੇ ਟੁੱਟਦੇ ਨੇ, ਇਹੋ ਜਿਹੀ ਮਾਰ ਵੱਜਦੀ ਹੈ, ਫਿਰ ਮੂੰਹ ਸਿੱਧਾ ਨਹੀਂ ਹੁੰਦਾ, ਪੁੱਛੋ ਕੁਛ ਨਾ। ਪਰ ਜਦੋਂ ਕੋਈ ਪ੍ਰੋਸੈਸ 'ਚੋਂ ਨਿਕਲਦਾ, ਸਤਿਗੁਰੂ ਕਹਿਣਗੇ ਵਡਿਆਈ ਵੱਡਾ ਪਾਏ, ਉਸ ਵੱਡੇ ਨੂੰ ਪਾ ਜਾਂਦਾ ਹੈ। ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ। ਉਹਨਾਂ ਮਨੁੱਖਾਂ ਨੇ ਜਿਨ੍ਹਾਂ ਨੇ ਸੇਵਾ ਕੀਤੀ ਸੰਤੋਖ ਦੇ ਨਾਲ, ਉਹਨੇ ਮੰਦਾ ਪੈਰ ਨਾ ਰੱਖਿਓ। ਹੁਣ ਪੈਰ ਦੇ 2 ਅਰਥ ਨੇ, ਇੱਕ ਆ ਸਾਡੇ ਪੈਰ ਨੇ, ਅਸਥੂਲ ਨੇ। ਇੱਕ ਤੇ ਮਨੁੱਖ ਗਲਤ ਪਾਸੇ ਪੈਰ ਸਰੀਰਕ ਤੌਰ 'ਤੇ ਨਹੀਂ ਜਾਂਦਾ, ਸ਼ਰਾਬ ਖਾਨੇ 'ਚ ਨਹੀਂ ਜਾਏਗਾ, ਜੂਏ ਖਾਨੇ 'ਚ ਨਹੀਂ ਜਾਏਗਾ, ਅਜਾਸ਼ ਖਾਨੇ 'ਚ ਨਹੀਂ ਜਾਏਗਾ। ਇੱਕ ਸਾਡੇ ਮਨ ਦੇ ਪੈਰ ਨੇ। ਮਨ ਕਿਸੇ ਦਾ ਬੁਰਾ ਨਹੀਂ ਚਿਤਵੇਗਾ। ਮਨ ਜਿਹੜਾ ਉਹ ਕਿਸੇ ਵੱਲ ਮਾੜਾ ਨਹੀਂ ਵੇਖੇਗਾ, ਮਨ ਕਿਸੇ ਦਾ ਮਾੜਾ ਨਹੀਂ ਸੋਚੇਗਾ। ਉਹਨੇ ਮੰਦੇ ਪੈਰ ਨਾ ਰੱਖਿਓ। ਕਰ ਸੁਕ੍ਰਿਤ ਧਰਮ ਕਮਾਇਆ, ਉਹ ਸੱਚੀ ਸੁੱਚੀ ਕਿਰਤ ਕਰਦਾ ਹੋਇਆ ਗੁਰੂ ਦੇ ਧਰਮ ਨੂੰ ਕਮਾ ਜਾਂਦਾ ਹੈ। ਉਹਨੀ ਦੁਨੀਆ ਤੋੜੇ ਬੰਧਨਾ, ਦੁਨੀਆ ਦੇ ਨਾਲੋਂ ਸੱਚੀ ਗੱਲ ਮੋਹ ਟੁੱਟ ਜਾਂਦਾ। ਜਦੋਂ ਸੱਟਾਂ ਵੱਜਦੀਆਂ ਨਾ, ਸੇਵਾ ਕਰਦੇ ਆ,
ਜਿਹੜਾ ਕਹਿੰਦਾ ਸੀ ਮੇਰਾ ਆਪਣਾ ਹੈ, ਜਦੋਂ ਉਹ ਸਾਥ ਛੱਡ ਕੇ ਜਾਂਦਾ, ਸਾਰੇ ਦਾ ਸਾਰਾ ਮੋਹ ਦਾ ਭਾਂਡਾ ਚੱਕਣਾ ਚੂਰ ਹੋ ਕੇ ਰਹਿ ਜਾਂਦਾ ਹੈ। ਮੇਰੇ ਕੋਲ ਸਮਾਂ ਬੜਾ ਜਿਹਾ ਸੀਮਤ ਜਿਹਾ, ਦਿਲ ਤੇ ਕਰਦਾ ਬੜੀ ਖੁੱਲ੍ਹ ਕੇ ਵਿਚਾਰ ਕਰਾਂ। ਮੋਹ ਦੇ ਭਾਂਡੇ ਚੱਕਣਾ ਚੂਰ ਹੋ ਜਾਂਦੇ ਨੇ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਏ। ਹੁਣ ਇੱਥੇ ਕਈ ਵਾਰੀ ਕਹਿ ਦਿੱਤਾ ਜਾਂਦਾ, ਮੇਰੇ ਵਰਗੇ ਕਹਿੰਦੇ ਅਸੀਂ ਰੱਜ ਕੇ ਖਾਈਏ। ਯਾਦ ਰੱਖਿਓ, ਸੰਸਾਰੀ ਮਨੁੱਖ ਰੱਜ ਕੇ ਖਾਂਦਾ ਏ ਤੇ ਰੱਜ ਕੇ ਉਹਨੂੰ ਹੰਡਾਉਂਦਾ ਹੈ, ਪਰ ਉਹ ਕਿਸੇ ਫਲੀ ਭੂਤ ਨਹੀਂ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਖਾਣ ਵਾਸਤੇ ਨਹੀਂ ਜੀਂਦੇ, ਜੀਣ ਵਾਸਤੇ ਖਾਂਦੇ ਨੇ। ਇੱਕ ਬਚਨ ਭਗਤ ਕਬੀਰ ਸਾਹਿਬ ਦਾ ਮੈਂ ਪੜ੍ਹ ਦੇਣਾ, 2 ਮਿੰਟ ਸਿਰਫ ਬੈਠਿਓ ਟਿਕਾ ਬਣ ਕੇ, ਕਿਉਂਕਿ ਮੈਂ ਗੱਲ ਸਪਸ਼ਟ ਕਰਨੀ ਚਾਹੁੰਦਾ। ਉਹ ਅਸੀਂ ਬਚਨ ਪੜ੍ਹਦੇ ਹਾਂ, ਕਹਿ ਲਗੇ ਪ੍ਰਭੂ ਜੀ ਮੈਂ ਤੇਰੀ ਬੰਦਗੀ ਕਰਨੀ ਹੈ। ਭਗਤ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਜੇ ਮੈਂ ਬੰਦਗੀ ਕਰਾਂ, ਇੱਕ ਕਿਰਪਾ ਕਰੀ, ਆਪਣੇ ਚਰਨਾਂ ਦਾ ਓਟ ਆਸਰਾ ਦੇ ਦੀ। ਮੈਂ ਤੇਰੇ ਚਰਨਾਂ ਦੀ ਬੰਦਗੀ ਕਰਨੀ, ਤੇਰੇ ਚਰਨਾਂ ਦਾ ਧਿਆਨ ਧਰਨਾ, ਕਿਸੇ ਦੀ ਮੁਤਾਜ਼ਗੀ ਨਹੀਂ ਕਰਨੀ। ਬੰਦਗੀ ਤੇਰੀ ਕਰਾਂ, ਮੰਗਣ ਮੈਂ ਕਿਸੇ ਕੋਲੋਂ ਜਾਵਾਂ, ਇਹ ਗੱਲ ਫੱਬਦੀ ਨਹੀਂ ਨਾ। ਇਸ ਕਰਕੇ ਇੱਕ ਕਿਰਪਾ ਕਰੀ, ਮੈਂ ਤੇਰੇ ਕੋਲੋਂ ਜੇ ਬੰਦਗੀ ਕਰਨੀ ਤੇ ਖਾਲੀ ਪੇਟ ਬੰਦਗੀ ਨਹੀਂ ਹੋਣੀ। ਤੇ ਜੇ ਤੂੰ ਆਖੇ ਵੀ ਕਬੀਰ ਚੁੱਪ ਕਰਕੇ ਬੰਦਗੀ ਕਰੀ ਜਾਵੇ, ਇੱਦਾਂ ਵੀ ਨਹੀਂ ਸਰਨਾ। ਸਿੱਧੀ ਗੱਲ ਕਹੀ, ਇੱਦਾਂ ਨਹੀਂ ਸਰਨਾ। ਮੈਂ ਤੇਰੇ ਕੋਲ ਮੰਗਾਂਗਾ, ਨਿਝੱਕ ਹੋ ਕੇ ਮੰਗਾ ਤਾਂ ਮੈਨੂੰ ਕੁਝ ਦਾਤਾਂ ਦੇ ਦੀ। ਕੀ ਮੰਗਿਆ? ਕਹਿੰਦੇ ਥੋੜ੍ਹੀ ਜਿਹੀ ਮੈਨੂੰ ਜਿਹੜੀ ਸੀ 2 ਸਿਰ ਆਟਾ ਦੇ ਦਿਓ, ਪਾਈਆ ਕ ਮੈਨੂੰ ਘਿਓ ਤੇ ਥੋੜ੍ਹਾ ਜਿਹਾ ਲੂਣ ਦੇ ਦਿਓ, ਅੱਧੀ ਸਿਰ ਜਿਹੜੀ ਦਾਲ ਦੇ ਦਿਓ। ਇਹ 2 ਟਾਈਮ ਦੀ ਰੋਟੀ ਹੈ, ਮੇਰੇ 2 ਟਾਈਮ ਦਾ ਗੁਜ਼ਾਰਾ ਹੋ ਜਾਵੇ। ਫਿਰ ਸ਼ਾਮ ਨੂੰ ਸੌਣ ਵਾਸਤੇ ਇੱਕ ਚਾਰਪਾਈ, ਇੱਕ ਮੰਜੀ ਦੇ ਦਿਓ, ਉਹਦੇ 'ਤੇ ਵਸਾਉਣ ਵਾਸਤੇ ਤਲਾਈ ਤੇ ਇੱਕ ਸਰਾਣਾ ਦੇ ਦਿਓ, ਉੱਤੇ ਲੈਣ ਵਾਸਤੇ ਖੇਸ ਦੇ ਦਿਓ। ਇਹ ਲੈ ਕੇ ਖਾ ਪੀ ਕੇ ਕਰੇਗਾ ਕੀ? ਤਾਣ ਕੇ ਸੌਂ ਜਾਏਗਾ? ਕਹਿੰਦੇ ਨਹੀਂ, ਇਹ ਸਾਰਾ ਕੁਝ ਲੈ ਦੇ ਕੇ ਮੈਂ ਤੇਰਾ ਨਾਮ ਜਪਾਂਗਾ। ਅਸੀਂ ਕੀ ਕਰਦੇ? ਖਾਣ ਨੂੰ ਅਸੀਂ ਵੀ ਮੰਗਦੇ ਹਾਂ, ਮੰਜੀਆਂ ਬੈੱਡ ਅਸੀਂ ਵੀ ਮੰਗਦੇ ਹਾਂ, ਸਰਾਣੇ ਤਲਾਈਆਂ ਅਸੀਂ ਵੀ ਮੰਗਦੇ। ਜਦੋਂ ਰਜਾਈ ਉੱਤੇ ਆਉਂਦੀ ਹੈ, ਜਦੋਂ ਉੱਤੇ ਖੇਸ ਆਉਂਦਾ, ਲੈ ਕੇ ਅਸੀਂ ਸੌਂ ਜਾਂਦੇ ਹਾਂ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਸੌਂਗਾ ਨਹੀਂ, ਮੈਂ ਤੇਰੀ ਬੰਦਗੀ ਕਰੂੰਗਾ। ਉਹ ਅਸੀਂ ਬਚਨ ਪੜ੍ਹਦੇ ਹਾਂ ਜੀ, ਭੂਖੇ ਭਗਤ ਨਾ ਕੀਜੈ, ਜਹ ਮਾਲਾ ਆਪਣੀ ਲੀਜੈ। हाँ मांगो संतन रेना, मैं ना ही किसी का देना। एक नाम तेरा मैं फब्बो, मैं ना ही कीता लभो। कहते मैनू किसी चीज़ का लभो नहीं, मैनू किसी चीज़ की लोभ नहीं, लालच नहीं। कहते माधो कैसे बने तुम संगे, तेरे नालों संग कादी। माधो कैसे बने तुम संगे, आप ना देवो, आप नहीं तू देगा तो लेवो मंगे, मैं आपे मंग लाँगा। की मंगा? कह लगे 2 सिर मांगो चूना, चूना कहते ने आटे नूं। 2 सिर मांगो चूना, पाओ घिओ संग लूना। अध सिर मांगो दाले मोको, दोनों वक्त जी वाले। 2 टाइम की सिर्फ रोटी, अन्न पानी थोड़ा खाए, थोड़ा जिहा दे दी, ज़्यादा ढिड भरन की लोड़ नहीं। खाट मांगो चौपाई, 4 पायां वाली मंजी। खाट मांगो चौपाई, सराहना अवर तलाई। उपर को मांगो खींदा, खेस जां रजाई। कादे वास्ते? तेरी भगत करे जन थींदा। कहते मैं तेरा थींदा का अर्थ है प्रेम, प्रेम दे विच भिज के तेरी बंदगी करांगा। मैं ना ही कीता लभो। पातशाह ये ना समझी मैं लभ कीता है, नहीं नहीं, मैं लभ नहीं कीता, मैं नाम जपना। ये तां कुछ मंगया, मैं ना ही कीता लभो। एक नाम तेरा मैं फब्बो, कहे कबीर मन मानिया तो हर जानिया। जिस वेले मन मानिया गया तो मैं तेरे विच अभेदता हासिल कर लांगा। उन्हें दुनिया तोड़े बंधना, अन्न पानी थोड़ा। जो कोई सेवा सिमरन करता, जिहदी परीक्षा पैंदी है ना, उन्होंने खाना पीना भुल जाता। मैं अक्सर उदाहरण बच्चों की देना ना, जो पेपर आते हैं रोटी राटी घट ही लंघदी, फिर रोटी का चेता नहीं, फिर पता मैनू पढ़ाई करनी, मेरी परीक्षा आ रही है। सिख की परीक्षा पैंदी, वो रोटी चस्किया, रोटी का अर्थ करांगे चस्के, दुनियावी चस्कियां वाल नहीं भजदा, संजम के नाल रहिंदा। तू बख्शीशी अगला, अगला का अर्थ है बहुत वड्डा। कहंदे पातशाह तू बड़ियां बख्शिशां करदा, रज के बख्शिशा करदा, नित देवै चढ़े सुवाया। सुवाया का अर्थ हुंदा बहुत ज़्यादा। तू इन्नियां क दातां देना है, असीं खांदिया खांदिया थक जाने तेरा, पर भगत इन्हां चक्करां च नहीं पैंदा। कहण लगे की करदा? वडियाई वड्डा पाया। कहंदे मैं तेरी वडियाई करदा करदा तैनूं प्राप्त कर लवांगा। जिहड़ा सिख सेवा सिमरन तो चलिया, परमात्मा की वडियाई करदा करदा परमात्मा च अभेद हो जाता है। लोकां दी असीं खुशाम दी वडियाई करदे हां, सानूं कुछ नहीं मिलेगा। किसी मनुख नूं कही जाओ भलिया तू बड़ा चंगा है, बड़ा वड्डा, तुहानूं वो ना वड्डा करेगा ना कुछ देवेगा। हाँ मंगते नूं थोड़ा बहुता कुछ दे देगा, पर परमात्मा की इहो जी दात जे तुसीं ओहदी वडियाई करोगे, वडियाई करदे करदे ओहदे विच अभेद हो जांदे जी, ओहदा रूप हो जांदे। वडियाई वड्डा पाया, मनुख वडियाई करदा करदा परमात्मा च भेद हो जाता। सो ये सी पावन पौड़ी दी विचार। ये नाल 2 श्लोक सन। पौड़ी सी सेवा अते सिमरन दी। इत्थे थोड़ा जिहा अज समा मैं तां ला दिता
क्योंकि ये सिख का जीवन है। ये सिखर सिक्खी का जो मनुख इस प्रोसैस के विचों निकलता घाल कमाई करता है, इन्नी कुछ कड़ड़ी प्रीख्या पैंदी है कि बस हो जाती है। पर सतगुरु कहते घबरा ना, वडियाई ना छड्डी, नाम ना जपना छड्डी, एक दिन करदा करदा तू परमात्मा तक पहुँच जाएगा। सो इन्नियां बेनतियां प्रवान होईयां, भुलां गलतियां दी खिमा। आओ पावन पंक्तियां का जाप सरवण करके समाप्ति करिए। तू बख्शीशी अगला नित देवैं चढ़ै सवाया, वडियाई वड्डा पाया। वाहिगुरु जी का खालसा, वाहिगुरु जी की